राखो राखनहार दयाला, नानक करके गोले। सज्जन सच्चा पातशाह, सिर शाहां दे शाह, जिस पास बैठिया सोही है, सबना दा विसाहो। सतनाम श्री वाहिगुरु साहिब जी। गुजरी श्री रविदास जी के पदे, कार तीजा एक ओंकार, सतगुर प्रसाद। दूध ता बछर थनों बिटारियो, फूल पावर जल मीन बिगारियो। दूध ता बछर थनों बिटारियो, फूल पावर जल मीन बिगारियो। माई गोबिंद पूजा कहाँ ले चरावो, आवर ना फूल अनूपन पावो। रहाओ मैलागर बेरे है पुए अंगा, बिख अमृत बस है एक संगा। धूप दीप नैवेद्य बासा, कैसे पूज कर हे तेरी दासा। तन मन अर्पो पूज चरावो, गुर प्रसाद निरंजन पावो। पूजा अर्चा आहे ना तोरी, कह रविदास कवन गत मोरी। पूजा अर्चा आहे ना तोरी, कह रविदास कवन गत मोरी। वाहिगुरु जी का खालसा, वाहिगुरु जी की फतेह। परम सत्कारयोग जुगो जुग अटल गुरगद्दी ते सुभाईमान सर्व सांझी वालता दे रहबर धन 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 साहिब श्री गुरु ग्रंथ साहिब जी महाराज
ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋਂ ਵਡਭਾਗੇ ਹੋ। ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਪ੍ਰੇਮ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਅੱਜ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਾਵਨ ਇਸ ਅਸਥਾਨ ਤੋਂ ਜੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚੋਂ ਪਾਵਨ ਮੁਖਵਾਕ ਆਇਆ ਹੈ। ਪਾਵਨ ਮੁਖਵਾਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਦੇ ਵਿੱਚ ਇਕਾਗ੍ਰਿਤ ਕਰੋ। ਸਾਹਿਬ ਜੀ ਦੀ ਅਸੀਸ ਹਾਸਲ ਕਰਨ ਦੇ ਹਿੱਤ ਅਤੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨਾਂ ਨੂੰ ਇਕਾਗਰ ਕਰਨ ਦੇ ਹਿੱਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ। ਇਕਾਗਰ ਚੀਤ ਦੇ ਮਹਾਵਾਕ ਅਨੁਸਾਰ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਸਤਿਕਾਰਯੋਗ ਭਗਤ ਰਵਿਦਾਸ ਜੀ ਮਹਾਰਾਜ ਤਿਨਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਗੂਜਰੀ ਰਾਗ ਦੇ ਅੱਜ ਦੇ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 525 ਉੱਪਰ ਸੁਸ਼ੋਭਿਤ ਹਨ। ਔਰ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਪਦਿਆਂ ਦੇ ਸਿਰਲੇਖ ਵਜੋਂ ਇਹ ਦਰਜ ਹਨ। ਭਾਵ ਇਹ ਸਤਿਕਾਰਯੋਗ ਭਗਤ ਰਵਿਦਾਸ ਜੀ ਦੇ ਪਦੇ ਹਨ। ਇਹਨਾਂ ਪਦਿਆਂ ਨੂੰ ਕੀਰਤਨੀਆ ਸਿੰਘਾਂ ਦੇ ਲਈ ਗੂਜਰੀ ਰਾਗ ਵਿੱਚ ਗਾਉਣ ਦੀ ਹਦਾਇਤ ਹੈ ਅਤੇ ਇਸ ਦੇ ਨਾਲ ਹੀ ਤਬਲੇ ਵਾਲੇ ਨੂੰ ਵੀ ਤੀਜੇ ਘਰ ਦੇ ਵਿੱਚ ਤਾਲ ਵਜਾਉਣ ਦੀ ਹਦਾਇਤ ਹੈ। ਤਾਲ ਸੰਬੰਧੀ ਘਰ ਸੰਬੰਧੀ ਜੇ ਜਾਣਕਾਰੀ ਲੈਣੀ ਹੋਵੇ ਸਿੱਖ ਪੰਥ ਦੇ ਮਹਾਨ ਸੰਗੀਤਚਾਰਯ ਪ੍ਰੋਫੈਸਰ ਦਿਆਲ ਸਿੰਘ ਜੀ ਹੋਰੀ ਜਿਨ੍ਹਾਂ ਨੇ ਗੁਰਮਤਿ ਸੰਗੀਤ ਸਾਗਰ ਦੇ ਅਨੇਕਾਂ ਗ੍ਰੰਥ ਲਿਖੇ ਨੇ, ਉਹਦੇ ਚੌਥੇ ਭਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਘਰ ਦੀ ਉਹਨਾਂ ਨੇ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ, ਜਿਹਨੂੰ ਉਹਨਾਂ ਨੇ ਤਬਲੇ ਨਾਲ ਜੋੜਿਆ ਹੈ। ਹਾਲਾਂਕਿ ਇਸ ਸੰਬੰਧੀ ਹੋਰ ਵੀ ਖੋਜ ਦੀ ਲੋੜ ਹੈ। ਔਰ ਅੱਜ ਭਗਤ ਰਵਿਦਾਸ ਜੀ ਸਾਡੇ ਜੀਵਨ ਤੇ ਮਹਿਰਾਮਤ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭਤਾ ਦੇ ਵਿੱਚ ਸੰਖੇਪ ਮੰਗਲ ਹੈ। ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਵਿਆਪਕ ਹੈ। ਉਹ ਸਦੀਵ ਥਿਰ ਹੈ, ਸੱਚਾ ਹੈ ਅਤੇ ਸਤਿਗੁਰੂ ਜੀ ਦੀ ਮਹਿਰਾਮਤ ਦੇ ਸਦਕਾ ਪ੍ਰਾਪਤ ਹੁੰਦਾ ਹੈ। ਇਸ ਉਪਰੰਤ ਭਗਤ ਜੀ ਦੀ ਪਾਵਨ ਬਾਣੀ ਦੇ ਪਹਿਲੀ ਤੁਕ ਦੀ ਆਰੰਭਤਾ ਹੋ ਰਹੀ ਹੈ। ਦੂਧ ਤਾਂ ਬਛਰੈ ਥਨਹੁ ਬੇਟਾਰਿਓ। ਭਗਤ ਰਵਿਦਾਸ ਜੀ ਐਸੇ ਕ੍ਰਾਂਤੀਕਾਰੀ ਹਨ ਜਿਨ੍ਹਾਂ ਨੇ ਆਪਣੇ ਜ਼ਮਾਨੇ ਦੇ ਵਿੱਚ ਆਪਣੇ ਉੱਚ ਜਾਤੀ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਦੇ ਵਿਚਕਾਰ ਬੈਠ ਕੇ ਆ ਬੋਲ ਕਹੇ ਸਨ, ਜਿਨ੍ਹਾਂ ਦੀ ਵਿਆਖਿਆ ਅੱਜ ਸਾਡੇ ਪਾਸੋਂ ਹੋਣੀ ਵੀ ਸੰਭਵ ਨਹੀਂ ਹੁੰਦੀ। ਐਸੇ ਕ੍ਰਾਂਤੀਕਾਰੀ ਬੋਲ ਯਾਦ ਰੱਖਿਓ। ਆਮ ਤੌਰ ਤੇ ਦੋ ਤਰ੍ਹਾਂ ਦੇ ਧਰਮ ਗ੍ਰੰਥ ਮਿਲਦੇ ਨੇ। ਇੱਕ ਧਰਮ ਗ੍ਰੰਥ ਉਹ ਨੇ
ਜਿਨ੍ਹਾਂ 'ਚ ਦੇਵੀ ਦੇਵਤਿਆਂ ਦੀ ਪੂਜਾ ਦੇ ਮੰਤਰ, ਉਹਨਾਂ ਨੂੰ ਖੁਸ਼ ਕਰਨ ਦੀਆਂ ਵਿਧੀਆਂ, ਅਨੇਕਾਂ ਕੁਝ। ਦੂਸਰੀ ਤਰ੍ਹਾਂ ਦੇ ਉਹ ਧਰਮ ਗ੍ਰੰਥ ਮਿਲਦੇ ਨੇ ਜਿਨ੍ਹਾਂ ਵਿੱਚ ਰਾਜਿਆਂ ਰਾਣਿਆਂ ਦੀਆਂ ਲੜਾਈਆਂ ਦਾ ਇਤਿਹਾਸ, ਮਿਥਿਹਾਸ ਸਾਰਾ ਕੁਝ ਮਿਲੂਗਾ। ਪਰ ਵਾਹਤ ਧੰਨ ਗੁਰੂ ਗ੍ਰੰਥ ਸਾਹਿਬ ਐਸਾ ਮਹਾਨ ਪਵਿੱਤਰ ਗ੍ਰੰਥ ਹੈ ਜਿਹਦੇ ਵਿੱਚ ਨਾ ਤੇ ਤੁਹਾਨੂੰ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨ ਲਈ ਮੰਤਰ ਮਿਲਣਗੇ, ਨਾ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਮਿਲਣਗੀਆਂ। ਇਹਦੇ ਵਿੱਚ ਨਿਰੋਲ ਸੱਚ ਹੈ, ਉਹ ਸੱਚ ਜਿਹੜਾ ਹਰ ਮਨੁੱਖ ਮਾਤਰ ਆਪਣੀ ਜ਼ਿੰਦਗੀ ਵਿੱਚ ਜੀ ਸਕਦਾ ਹੈ। ਇਹ ਉਹ ਨਿਰੋਲ ਸੱਚ ਹੈ। ਯਾਦ ਰੱਖਿਓ, ਕੱਪੜਾ ਫਟ ਜਾਏ ਸੀਤਾ ਜਾ ਸਕਦਾ ਹੈ, ਉੱਧੜ ਜਾਏ ਸੀਤਾ ਜਾ ਸਕਦਾ ਹੈ। ਕਿੰਨੇ ਕੁ ਦਿਨ ਸੀਂਦੇ ਰਵਾਂਗੇ, ਆਖਰ ਫਟ ਜਾਂਦਾ ਹੈ, ਛਿਜ ਜਾਂਦਾ ਹੈ। ਪਰ ਆ ਸੱਚ ਉਹ ਵਸਤਰ ਹੈ ਜਿਹੜਾ ਕਦੀ ਫਟਦਾ ਹੀ ਨਹੀਂ, ਛਿਜਦਾ ਹੀ ਨਹੀਂ। ਇਹ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਟੈ। ਨਾਨਕ ਸਾਹਿਬ ਸੱਚੋ ਸੱਚਾ, ਜਿਚਰ ਜਾਪੀ ਜਾਪੈ। ਇਹ ਸੱਚ ਉਹ ਹੈ ਜਿਹੜਾ ਸदैव ਸੱਚ ਰਹੇਗਾ। ਇਹੀ ਕਾਰਨ ਅੱਜ ਭਗਤ ਰਵਿਦਾਸ ਜੀ ਦੇ ਜਿਹੜੇ ਬਚਨ ਨੇ, ਇਹਨਾਂ ਬਚਨਾਂ ਦੇ ਸਾਹਮਣੇ ਉਹਨਾਂ ਗ੍ਰੰਥਾਂ ਦੇ ਉਹ ਬਚਨ ਝੂਠੇ ਸਾਬਤ ਹੋਏ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦੇ ਬੋਲ ਹਨ, ਜਿਹੜੇ ਸदैव ਤ੍ਰੈ ਕਾਲ ਸੱਚ ਨੇ। ਆਰੰਭਤਾ ਹੀ ਇੱਥੋਂ ਕੀਤੀ ਭਗਤ ਜੀ ਨੇ ਕਿ ਮਾਨੋ ਅਸੀਂ ਰੱਬ ਨੂੰ ਖੁਸ਼ ਕਰਨਾ ਹੈ, ਕਿਸੇ ਮਨੁੱਖ ਨੇ ਆਪਣੇ ਦੇਵੀ ਦੇਵਤੇ ਨੂੰ ਖੁਸ਼ ਕਰਨਾ ਹੈ। ਹਰ ਮਨੁੱਖ ਚਾਹੁੰਦਾ ਹੈ ਮੈਂ ਸੱਚੀ ਸੁੱਚੀ ਭੇਟਾ ਲੈ ਕੇ ਜਾਵਾਂ। ਭਗਤ ਜੀ ਆਖਦੇ ਨੇ ਸੁੱਚੀ ਭੇਟਾ ਦੁਨੀਆ 'ਚ ਕਿਤੇ ਨਹੀਂ ਮਿਲੇਗੀ। ਜੇ ਕੋਈ ਦੁੱਧ ਅਰਪਣ ਕਰਨਾ ਚਾਹੇ ਤੇ ਦੁੱਧ ਚੋਣ ਤੋਂ ਪਹਿਲਾਂ ਵੱਛੇ ਨੂੰ ਦੁੱਧ ਚੁੰਗਾਇਆ ਜਾਂਦਾ ਹੈ ਤਾਂ ਕਿ ਦੁੱਧ ਉਤਰ ਆਏ ਤੇ ਉਹ ਦੁੱਧ ਚੋਇਆ ਜਾ ਸਕੇ। ਭਗਤ ਜੀ ਆਖਦੇ ਨੇ ਕਿਹੜਾ ਦੁੱਧ ਭੇਟ ਕਰੋਗੇ? ਵੱਛੇ ਨੇ ਤੇ ਪਹਿਲਾਂ ਝੂਠਾ ਕੀਤਾ ਹੈ, ਦੂਤ ਤਾਂ ਬਛਰੈ ਥਨੋ ਬਿਟਾਰਿਓ। ਬਿਟਾਰਿਓ ਮੈਨੇ ਝੂਠਾ ਕੀਤਾ। ਵੱਛੇ ਨੇ ਦੁੱਧ ਪਹਿਲਾਂ ਹੀ ਝੂਠਾ ਕਰ ਦਿੱਤਾ, ਫਿਰ ਝੂਠਾ ਦੁੱਧ ਚੜਾਉਣ ਦੀ ਤੁਕ ਕੀ ਬਣੀ? ਜਿਹਨੂੰ ਭਗਤ ਨਾਮਦੇਵ ਜੀ ਨੇ ਵੀ ਆਪਣੀ ਬਾਣੀ 'ਚ ਜ਼ਿਕਰ ਕੀਤਾ। ਆਨੀ ਲੈ ਦੂਧ ਹ੍ਰਿਦਾਈ ਲੈ ਖੀਰੰ, ਠਾਕੁਰ ਕੋ ਨੈਵੇਦ ਕਰੋ। ਪਹਿਲੇ ਦੂਧ ਬਿਟਾਰਿਓ ਬਛਰੈ, ਬੀਠਲ ਪਹਿਲਾ ਕਾਏ ਕਰੋ। ਦੁੱਧ ਤੇ ਪਹਿਲਾਂ ਹੀ ਝੂਠਾ ਹੈ। ਕਿਹੜੀ ਝੂਠੀ ਚੀਜ਼ ਤੂੰ ਆਪਣੇ ਇਸ਼ਟ ਅੱਗੇ ਭੇਟ ਕਰੇਗਾ? ਭਾਵ ਦੁੱਧ ਜਿਹੜਾ ਭੇਟਾ ਕਰਨ ਵਾਲਾ ਇੱਕ ਝੂਠਾ ਪਦਾਰਥ ਹੈ। ਫੂਲ ਭਵਰ ਜਲ ਮੀਨ ਬਿਗਾਰਿਓ। ਜੇ ਤੂੰ ਫੁੱਲ ਭੇਟ ਕਰੇ, ਜੇ ਕੋਈ ਮਨੁੱਖ ਫੁੱਲ ਭੇਟ ਕਰਨਾ ਚਾਹੇ, ਜਲ ਭੇਟ ਕਰਨਾ ਚਾਹੇ, ਤੇ ਭਗਤ ਰਵਿਦਾਸ ਜੀ ਆਖਦੇ ਨੇ ਫੁੱਲ ਵੀ ਝੂਠਾ ਹੈ। ਭਵਰੇ ਨੇ ਉਹਦੇ ਸੁਗੰਧ ਨੂੰ ਚਖ ਲਿਆ, ਉਹਦੇ ਪਰਾਗ ਕਣ ਨੂੰ ਚਖ ਲਿਆ। ਜਿਸ ਭਵਰੇ ਨੇ ਫੁੱਲ ਝੂਠਾ ਕਰ ਦਿੱਤਾ, ਉਹ ਝੂਠਾ ਫੁੱਲ ਤੂੰ ਆਪਣੇ ਇਸ਼ਟ ਅੱਗੇ ਭੇਟ ਕਰਨਾ ਚਾਹੁੰਦਾ। ਜਿਹੜਾ ਤੂੰ ਜਲ ਭੇਟ ਕਰਨਾ ਚਾਹੁੰਦਾ, ਉਸ ਜਲ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਉਹਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਨੇ। ਪਾਣੀ ਪਹਿਲਾਂ ਝੂਠਾ ਹੈ, ਝੂਠੇ ਨੂੰ ਕੀ ਭੇਟ ਕਰੇਗਾ? ਫੁੱਲਾਂ ਦਾ ਵੀ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਨੇ। ਆਨੀ ਲੈ ਫੂਲ ਪਰੋਈ ਲੈ ਬਾਲਾ, ਠਾਕੁਰ ਕੀ ਹੋ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰੈ, ਬਿਠਲ ਪਹਿਲਾ ਕਾਇ ਕਰੋ। ਪਾਣੀ ਦੀ ਵੀ ਗੱਲ ਕੀਤੀ ਭਗਤ ਨਾਮਦੇਵ ਜੀ ਨੇ। ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੋ। 42 ਲੱਖ ਜੀ ਜਲ ਮੈਂ ਹੋਤੇ, ਬਿਠਲ ਪਹਿਲਾ ਕਾਇ ਕਰੋ। ਇੱਥੇ ਤੇ ਪਾਣੀ ਵੀ ਝੂਠਾ, ਫੁੱਲ ਵੀ ਝੂਠਾ। ਕਿਹੜੀ ਚੀਜ਼ ਉਸ ਮਾਲਕ ਅੱਗੇ ਭੇਟਾ ਕੀਤੀ ਜਾ ਸਕਦੀ ਹੈ? ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ। ਹੇ ਮਾਈ, ਹੇ ਮਾਂ, ਮੈਂ ਗੋਬਿੰਦ ਨੂੰ, ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਕਿਹੜੀ ਭੇਟਾ ਕਿੱਥੋਂ ਲੈ ਕੇ ਆਵਾਂ ਜਿਹੜੀ ਭੇਟਾ ਸੁੱਚੀ ਹੋਵੇ? ਮੈਂ ਕਿਹੜੀ ਚੀਜ਼ ਭੇਟ ਕਰਾਂ? ਯਾਦ ਰੱਖਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੋਲ ਸੱਚ ਹੈ। ਉਹ ਜ਼ਿੰਦਗੀ ਜਿਉਣ ਦੀ ਜਾਂਚ ਹੈ। ਇਹਦੇ ਵਿੱਚ ਤੁਹਾਨੂੰ ਕੋਈ ਵਹਿਮ ਭਰਮ ਪਖੰਡ ਨਹੀਂ ਮਿਲੇਗਾ। ਇਹਦੇ ਵਿੱਚ ਤੁਹਾਨੂੰ ਕਾਲਪਨਿਕ ਚੀਜ਼ਾਂ ਨਹੀਂ ਮਿਲਣਗੀਆਂ। ਉਹ ਨਿਰੋਲ ਸੱਚ ਜਿਹਨੂੰ ਅੱਜ ਸਾਇੰਟਿਸਟ ਮੰਨ ਰਹੇ ਨੇ, ਭਗਤ ਰਵਿਦਾਸ ਜੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਇਹ ਬਚਨ ਕਰ ਗਏ ਨੇ, ਸੈਂਕੜੇ ਸਾਲ ਪਹਿਲਾਂ ਇਹ ਬਚਨ ਕਰਕੇ ਗਏ ਨੇ। ਜਿਵੇਂ ਜਿਵੇਂ ਅੱਜ ਗੁਰਬਾਣੀ ਦੀ ਵਿਚਾਰਧਾਰਾ ਨਿਖਰ ਕੇ ਪੇਸ਼ ਹੋ ਰਹੀ ਹੈ, ਤੇ ਇਸ ਤਰ੍ਹਾਂ ਲੱਗਦਾ ਹੈ ਸੰਸਾਰ ਨੂੰ ਕਿ ਦੁਨੀਆ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਐਸਾ ਵਾਹਦ ਗੁਰੂ ਹੋਏਗਾ ਜਿਹੜਾ ਕੁੱਲ ਮਨੁੱਖਤਾ ਦੀ ਅਗਵਾਈ ਕਰ ਸਕਦਾ ਹੈ।
ਬਹੁਤ ਸਾਰੇ ਵਿਦਵਾਨਾਂ ਨੇ ਇਹ ਸ਼ਬਦ ਕਹਿ ਦਿੱਤੇ ਹੋਏ ਨੇ। ਕੁਝ ਵਿਦਵਾਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖਾਂ ਨੂੰ ਇਹ ਸੋਚਣਾ ਛੱਡ ਦੇਣਾ ਚਾਹੀਦਾ ਹੈ ਕਿ ਸਿੱਖ ਇੱਕ ਉੱਤਮ ਧਰਮ ਹੈ, ਬਲਕਿ ਸਿੱਖਾਂ ਨੂੰ ਇਹ ਕਹਿਣਾ ਚਾਹੀਦਾ ਹੈ ਸਿੱਖ ਮਤ ਹੀ ਸਭ ਤੋਂ ਵਧੀਆ ਮਤ ਹੈ, ਇਹਦੇ ਤੋਂ ਵਧੀਆ ਮਤ ਹੋਰ ਹੈ ਹੀ ਕੋਈ ਨਹੀਂ। ਇੱਥੋਂ ਤੱਕ ਪ੍ਰੋਫੈਸਰ ਪੂਰਨ ਸਿੰਘ ਜੀ ਵਰਗਿਆਂ ਨੇ ਲਿਖ ਦਿੱਤਾ, ਕਹਿਣ ਲੱਗੇ ਘਰੋਂ ਨਿਕਲੇ ਸਾਂ ਸੱਚ ਖੋਜਣ ਵਾਸਤੇ, ਜੰਗਲਾਂ 'ਚ ਗਏ, ਪਹਾੜਾਂ 'ਚ ਗਏ, ਦਰਿਆਵਾਂ ਸਮੁੰਦਰਾਂ ਨੂੰ ਤਰਿਆ, ਜਿੱਥੇ ਵੀ ਪਤਾ ਲੱਗਿਆ ਫਲਾਣੀ ਥਾਂ ਤੇ ਸੱਚ, ਅਸੀਂ ਭੋਜ ਪੱਤਰਾਂ ਦੇ ਉੱਪਰ ਲਿਖੇ 4 ਤੁਕਾਂ ਲਾਈਨਾਂ ਨੂੰ ਚੁੱਕ ਲਿਆਏ, ਪੱਥਰਾਂ ਤੇ ਲਿਖੀਆਂ 2-3 ਲਾਈਨਾਂ ਉਹ ਚੁੱਕ ਲਿਆਏ, ਕਿੱਡਾ ਬੋਝ ਚੁੱਕ ਕੇ ਲੈ ਕੇ ਆਏ। ਜਦੋਂ ਘਰ ਆਏ ਤੇ ਘਰ ਆ ਕੇ ਪਤਾ ਚੱਲਿਆ ਜਿਸ ਸੱਚ ਨੂੰ ਅਸੀਂ ਦੁਨੀਆ 'ਚੋਂ ਖੋਜਦੇ ਰਹੇ, ਉਹ ਸੱਚ ਬਚਪਨ ਵਿੱਚ ਸਾਡੇ ਮਾਤਾ ਜੀ ਸਾਨੂੰ ਜਪਜੀ ਸਾਹਿਬ ਦੇ ਪਾਠ ਦੇ ਰਾਹੀਂ ਦਿੰਦੇ ਹੁੰਦੇ ਸਨ, ਸਾਨੂੰ ਸਮਝ ਨਹੀਂ ਸੀ ਲੱਗਦੀ। ਅੱਜ ਪਤਾ ਲੱਗਿਆ ਸੱਚ ਤੇ ਗੁਰੂ ਨਾਨਕ ਦੇ ਘਰ ਵਿੱਚ ਹੈ। ਇਹੀ ਕਾਰਨ ਆ ਜਿਹੜਾ ਸ਼ਬਦ ਹੈ ਨਾ ਅੱਜ ਵਾਲਾ, ਭਾਵੇਂ ਕੁਝ ਲੋਕ ਕਹਿਣਗੇ ਵੀ ਸਾਡੇ ਮਤ ਨੂੰ, ਸਾਡੀ ਸੋਚ ਨੂੰ ਸੱਟ ਮਾਰੀ ਹੈ, ਪਰ ਭਗਤ ਰਵਿਦਾਸ ਜੀ ਦਾ ਇਹ ਸੱਚ 3 ਕਾਲ ਸੱਚ ਹੀ ਰਹੇਗਾ। ਐ ਮਾਂ, ਕਿਹੜੀ ਸੁੱਚੀ ਚੀਜ਼ ਲੈ ਕੇ ਆਵਾਂ ਜਿਹੜੀ ਪ੍ਰਭੂ ਨੂੰ ਭੇਟਾ ਕੀਤੀ ਜਾ ਸਕੇ? ਐਸੀ ਦੁਨੀਆ ਤੇ ਕੋਈ ਵੀ ਬਾਹਰੀ ਸੁੱਚੀ ਚੀਜ਼ ਨਹੀਂ ਮਿਲਦੀ ਹੈ। ਅਵਰ ਨਾ ਫੂਲ ਅਨੂਪਨ ਪਾਵੋ। ਫਿਰ ਐਸਾ ਕੋਈ ਫੁੱਲ ਨਹੀਂ ਜਿਹੜਾ ਸੁੱਚਾ ਹੋਵੇ ਮੈਂ ਭੇਟ ਕਰਾਂ। ਉਹ ਪ੍ਰਭੂ ਅਤ ਸੁੰਦਰ ਕਿਵੇਂ ਪ੍ਰਾਪਤ ਹੋਵੇਗਾ? ਰਹਾਓ ਮੈਲਾਗਰ ਬੀਰੇ ਹੈ ਭੋਏ ਅੰਗਾ। ਹੁਣ ਰਹਾਓ ਦਾ ਭਾਵ ਹੁੰਦਾ ਹੈ ਵਿਸਰਾਮ, ਥੋੜਾ ਰੁਕੋ, ਠਹਿਰਾਓ। ਤੇ ਇਹਨਾਂ ਤੁਕਾਂ ਵਿੱਚ ਸਾਰ ਹੈ। ਸਾਰ ਕੀ ਹੈ ਕਿ ਬਾਹਰੀ ਪਦਾਰਥ ਕੋਈ ਸੁੱਚਾ ਨਹੀਂ ਮਿਲੇਗਾ। ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਭਗਤ ਜੀ ਫਿਰ ਅੱਗੇ ਜਾ ਕੇ ਇੱਕ ਤਰੀਕਾ ਦੱਸਦੇ ਨੇ। ਇਸ ਤੋਂ ਅਗਲੇ ਬਚਨ ਜਿਹੜੇ ਨੇ, ਮਲਾਗਰ ਕਹਿੰਦੇ ਨੇ ਮੱਲੇ ਪਰਬਤ ਉੱਪਰ ਉਗਿਆ ਹੋਇਆ ਅਗਰ ਦਾ ਰੁੱਖ, ਤੇ ਇੱਥੇ ਅਗਰ ਦੇ ਰੁੱਖ ਭਾਵ ਚੰਦਨ ਦੇ ਰੁੱਖ। ਮੱਲੇ ਪਹਾੜ ਤੋਂ ਚੰਦਨ ਵੀ ਕੋਈ ਲੈ ਕੇ ਆ ਜਾਏ, ਕਿ ਪਹਾੜ ਤੱਕ ਕੌਣ ਪਹੁੰਚਿਆ ਹੋਏਗਾ? ਕੋਈ ਵਿਰਲਾ ਮਨੁੱਖ ਜਾਂਦਾ ਹੈ, ਕਿਸੇ ਨੇ ਹੱਥ ਨਹੀਂ ਲਾਇਆ ਮੈਂ ਉਸ ਚੰਦਨ ਨੂੰ ਤੋੜ ਲਿਆਵਾਂ। ਪਰ ਭਗਤ ਜੀ ਆਖਦੇ ਨੇ ਉਸ ਚੰਦਨ ਨੂੰ ਧਿਆਨ ਨਾਲ ਦੇਖਿਓ, ਉਹਦੇ ਆਲੇ ਦੁਆਲੇ ਵੀ ਪਤਾ ਨਹੀਂ ਕਿੰਨੇ ਜ਼ਹਿਰੀਲੇ ਨਾਗ ਲਿਪਟੇ ਹੋਏ ਨੇ। ਨਾਗ ਉਸ ਚੰਦਨ ਨੂੰ ਡੰਗ ਮਾਰਦਾ। ਕਿਉਂ ਮਾਰਦਾ? ਉਹਦੇ ਅੰਦਰ ਤਪਸ਼ ਹੈ। ਉਹ ਆਪਣੀ ਤਪਸ਼ ਦੂਰ ਕਰਨ ਵਾਸਤੇ ਉਸ ਚੰਦਨ ਨੂੰ ਚਟਦਾ ਹੈ, ਤੇ ਚੰਦਨ ਹੈ ਠੰਡਾ। ਹੁਣ ਚੰਦਨ ਲੈ ਕੇ ਆਂਦਾ, ਪਰ ਉਸ ਚੰਦਨ ਦੇ ਆਲੇ ਦੁਆਲੇ ਵੀ ਜ਼ਹਿਰੀਲੇ ਨਾਗ ਲਿਪਟੇ ਹੋਏ ਨੇ, ਜਿਨ੍ਹਾਂ ਨੇ ਚੰਦਨ ਨੂੰ ਝੂਠਾ ਕੀਤਾ ਹੈ। ਬਿਖ ਅੰਮ੍ਰਿਤ ਬਸਹਿ ਇੱਕ ਸੰਗਾ। ਔਰ ਉਹ ਐਸੀ ਕੁਦਰਤ ਦਾ ਦੇਖੋ ਕੈਸਾ ਦ੍ਰਿਸ਼, ਜਿਹਦੇ ਵਿੱਚ ਜ਼ਹਿਰ ਤੇ ਅੰਮ੍ਰਿਤ ਇਕੱਠੇ ਨੇ। ਚੰਦਨ ਵੀ ਹੈ, ਚੰਦਨ ਦੇ ਨਾਲ ਜ਼ਹਿਰੀਲਾ ਸੱਪ ਵੀ ਹੈ। ਕੁਦਰਤ, ਮਾਲਕ ਦੀ ਕੁਦਰਤ ਦੇ ਵਿੱਚ ਕੈਸੇ ਖੂਬਸੂਰਤ ਦ੍ਰਿਸ਼ ਨੇ ਜਿੱਥੇ ਦੋਨੋਂ ਚੀਜ਼ਾਂ ਇਕੱਠੀਆਂ ਨੇ। ਪਰ ਉਹ ਜਿਹੜਾ ਚੰਦਨ ਹੈ, ਚੰਦਨ ਵੀ ਝੂਠਾ ਮੰਨਿਆ ਗਿਆ ਹੈ। ਧੂਪ ਦੀਪ ਨੈਵੇਦਹਿ ਬਾਸਾ। ਹੁਣ ਜੇ ਉਸ ਮਾਲਕ ਨੂੰ ਖੁਸ਼ ਕਰਨ ਵਾਸਤੇ ਕੋਈ ਧੂਫ ਜਗਾ ਲਵੇ, ਕੋਈ ਦੀਵਾ ਜਗਾ ਲਵੇ, ਨਹੀਂ ਬੇਦਾ ਮੈਨੇ ਭੇਟ ਕਰੇ ਭੋਜਨ, ਇਹ ਸਾਰੇ ਦੇ ਸਾਰੇ ਇਹਨਾਂ ਦੀ ਵਾਸਾ ਮੈਨੇ ਵਾਸ਼ਨਾ ਉਹ ਵੀ ਝੂਠੀ ਹੈ। ਧੂਫ ਦੀਪ ਜਲਾਇਆ, ਆਪਣੇ ਆਪ ਨੂੰ ਵਾਸਨਾ ਆਈ, ਔਰ ਇਹ ਵਾਸ਼ਨਾ ਵੀ ਝੂਠੀ ਹੋ ਗਈ। ਭਾਵ ਸੁਗੰਧ ਵੀ ਝੂਠੀ ਹੈ। ਝੂਠੀ ਸੁਗੰਧ ਮੈਂ ਆਪਣੇ ਪ੍ਰਭੂ ਨੂੰ ਕਿਵੇਂ ਭੇਟ ਕਰਾਂ? ਕੈਸੇ ਪੂਜ ਕਰਹਿ ਤੇਰੀ ਦਾਸਾ। ਹੇ ਪ੍ਰਭੂ, ਤੇਰਾ ਦਾਸ ਤੇਰੀ ਕਿਵੇਂ ਪੂਜਾ ਕਰੇ? ਹਰ ਚੀਜ਼ ਤੇ ਮੈਨੂੰ ਝੂਠੀ ਨਜ਼ਰ ਆ ਰਹੀ ਹੈ। ਕਿਹੜੀ ਚੀਜ਼ ਤੇਰੇ ਅੱਗੇ ਅਰਪਣ ਕਰਾਂ? ਕਿਹੜੀ ਚੀਜ਼ ਤੈਨੂੰ ਭੇਟਾ ਕਰਾਂ ਜਿਹੜੀ ਸੁੱਚੀ ਹੋਵੇ? ਕਿਹੜੀ ਚੀਜ਼ ਤੈਨੂੰ ਭੇਟਾ ਕਰਾਂ ਜਿਹਦੇ ਨਾਲ ਤੂੰ ਖੁਸ਼ ਹੋ ਸਕੇ? ਤਨ ਮਨ ਅਰਪਉ ਪੂਜ ਚਰਾਵੋ। ਹੁਣ ਗੁਰਸਿੱਖ ਨੇ ਕੀ ਭੇਟ ਕਰਨਾ ਹੈ? ਭਗਤ ਰਵਿਦਾਸ ਜੀ ਇੱਥੇ ਵਚਨ ਕਰ ਰਹੇ ਨੇ, ਤਨ ਭੇਟ ਕਰਨਾ ਹੈ। ਮੈਂ ਤਨ ਭੇਟ ਕਰਦੇ ਹਾਂ, ਮੈਂ ਆਪਣਾ ਮਨ ਭੇਟ ਕਰਦੇ ਹਾਂ, ਮੈਂ ਇਸ ਤਰੀਕੇ ਨਾਲ ਪੂਜਾ ਕਰਾਂ। ਸਭ ਤੋਂ ਪਹਿਲਾਂ ਤਨ ਭੇਟਾ ਕਰਨਾ ਕਿਹਨੂੰ ਆਖਦੇ ਨੇ? ਤਨ ਭੇਟਾ ਕਰਨ ਦਾ ਮਤਲਬ ਹੁੰਦਾ ਹੈ ਆਪਣੇ ਤਨ ਨੂੰ ਪ੍ਰਭੂ ਦੇ ਅੱਗੇ ਸਮਰਪਿਤ ਕਰ ਦੇਣਾ, ਪ੍ਰਭੂ ਦੇ ਲਈ ਵਰਤਣਾ। ਕਿ ਅੱਖਾਂ ਜਿਹੜੀਆਂ ਨੇ ਇਹ ਹੁਣ ਪਰ ਤਨ ਪਰ ਰੂਪ ਨਾ ਦੇਖਣ, ਅੱਖਾਂ ਸਾਰਿਆਂ ਵਿੱਚੋਂ ਰੱਬ ਦੇ ਦਰਸ਼ਨ ਕਰਨ। ਆ ਅੱਖਾਂ ਭੇਟ ਹੋ ਗਈਆਂ। ਕੰਨ ਭੇਟ ਕਰਨੇ ਕੀ ਨੇ? ਮੈਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਝੂਠ ਨਾ ਸੁਣਾ, ਸਿਰਫ ਸੱਚ ਸੁਣਾ। ਅਸੀਂ ਕਹਿੰਦੇ ਨਾ ਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਅੰਗ ਸੰਗ ਹੁੰਦਾ ਕਿਵੇਂ ਹੈ?
ਸਿੱਖ ਗੁਰਦੁਆਰੇ ਤੋਂ ਬਾਹਰ ਹੈ, ਆਪਣੀ ਦੁਕਾਨ ਤੇ ਬੈਠਾ ਹੈ, ਆਪਣੇ ਘਰ ਵਿੱਚ ਹੈ, ਰਸਤੇ 'ਚ ਤੁਰਿਆ ਜਾ ਰਿਹਾ ਹੈ, ਫੈਕਟਰੀ 'ਚ ਕੰਮ ਕਰ ਰਿਹਾ ਹੈ, ਗੁਰੂ ਅੰਗ ਸੰਗ ਕਿਵੇਂ ਹੋਏਗਾ? ਉਦਾਹਰਨ ਵਜੋਂ ਜਿਵੇਂ ਹੱਥ ਮੇਰਾ ਅੰਗ ਹੈ, ਮੈਂ ਆਪਣੇ ਹੱਥ ਦੇ ਸੰਗ ਹਾਂ। ਕੋਈ ਮੇਰੇ ਹੱਥ ਨੂੰ ਕੱਟ ਦੇ, ਹੱਥ ਮੇਰਾ ਅੰਗ ਨਹੀਂ ਰਹੇਗਾ, ਮੈਂ ਆਪਣੇ ਹੱਥ ਦੇ ਸੰਗ ਨਹੀਂ ਰਵਾਂਗਾ। ਬਿਲਕੁਲ ਇਸੇ ਤਰ੍ਹਾਂ ਅੱਖ ਮੇਰਾ ਅੰਗ ਹੈ, ਮੇਰਾ ਗੁਰੂ ਮੇਰੇ ਅੱਖ ਦੇ ਸੰਗ ਹੈ। ਜੇ ਮੇਰਾ ਗੁਰੂ ਨਾਨਕ ਮੇਰੀ ਅੱਖ ਦੇ ਸੰਗ ਹੈ, ਗੁਰੂ ਨਾਨਕ ਤੇ ਕਿਸੇ ਨੂੰ ਕੈਰੀ ਨਜ਼ਰ ਨਾਲ ਨਹੀਂ ਦੇਖਦਾ। ਗੁਰੂ ਨਾਨਕ ਪਾਤਸ਼ਾਹ ਤੇ ਸਾਰਿਆਂ ਵਿੱਚੋਂ ਰੱਬ ਦੇਖਦੇ ਨੇ। ਉਹ ਤੇ ਆਖਦੇ ਨੇ ਸਭ ਪਾਸੇ ਰੱਬ ਹੀ ਨਜ਼ਰ ਆਉਂਦਾ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ। ਜੇ ਗੁਰੂ ਨਾਨਕ ਮੇਰੀ ਅੱਖ ਦੇ ਸੰਗ ਹੋਣਗੇ, ਫਿਰ ਮੇਰੀ ਅੱਖ ਕਿਸੇ ਪਰ ਧਨ ਪਰ ਰੂਪ ਨੂੰ ਨਹੀਂ ਦੇਖੇਗੀ, ਮੇਰੀ ਅੱਖ ਸਾਰਿਆਂ ਚੋਂ ਰੱਬ ਦੇ ਦਰਸ਼ਨ ਕਰੇਗੀ। ਕੰਨ ਮੇਰਾ ਅੰਗ ਹੈ, ਜੇ ਗੁਰੂ ਨਾਨਕ ਸਾਹਿਬ ਮੇਰੇ ਕੰਨ ਦੇ ਸੰਗ ਨੇ, ਤੇ ਗੁਰੂ ਨਾਨਕ ਦੇ ਕੰਨ ਨਿੰਦਿਆ ਚੁਗਲੀ ਝੂਠ ਨਹੀਂ ਸੁਣਦੇ, ਸੱਚ ਸੁਣਦੇ ਨੇ। ਜੇ ਗੁਰੂ ਮੇਰੇ ਕੰਨਾਂ ਸੰਗ ਹੋਏਗਾ, ਮੇਰੇ ਕੰਨ ਵੀ ਸੱਚ ਹੀ ਸੁਣਨਗੇ। ਜ਼ੁਬਾਨ ਮੇਰੀ ਅੰਗ ਹੈ, ਮੇਰਾ ਗੁਰੂ ਮੇਰੀ ਜ਼ੁਬਾਨ ਦੇ ਸੰਗ ਹੈ, ਤੇ ਗੁਰੂ ਦੀ ਜ਼ੁਬਾਨ ਝੂਠ ਨਹੀਂ ਬੋਲਦੀ, ਸੱਚ ਬੋਲਦੀ ਹੈ, ਪ੍ਰਭੂ ਦੀ ਸਿਫਤ ਕਰਦੀ ਹੈ। ਮੇਰੀ ਜ਼ੁਬਾਨ ਵੀ ਫਿਰ ਰੱਬ ਦੀ ਸਿਫਤ ਕਰੇਗੀ। ਹੱਥ ਮੇਰੇ ਅੰਗ ਨੇ, ਜੇ ਗੁਰੂ ਮੇਰੇ ਹੱਥਾਂ ਦੇ ਸੰਗ ਹੈ, ਤੇ ਗੁਰੂ ਦੇ ਹੱਥ ਕਿਸੇ ਦੀ ਜੇਬ ਨਹੀਂ ਕੱਟਦੇ, ਕਿਸੇ ਗਰੀਬ ਦਾ ਹੱਕ ਨਹੀਂ ਮਾਰਦੇ, ਕਿਸੇ ਨੂੰ ਅਜਾਈ ਮਾਰਦੇ ਨਹੀਂ ਹਨ। ਹੱਥ ਸੇਵਾ ਕਰਦੇ ਨੇ। ਜੇ ਗੁਰੂ ਮੇਰੇ ਹੱਥਾਂ ਦੇ ਸੰਗ ਹੈ, ਮੇਰੇ ਹੱਥ ਵੀ ਕਿਸੇ ਨੂੰ ਮਾਰਨਗੇ ਨਹੀਂ, ਕਿਸੇ ਦਾ ਹੱਕ ਨਹੀਂ ਖੋਣਗੇ, ਬਲਕਿ ਹੱਥ ਇਹ ਦੁਨੀਆ ਦੀ, ਸਮਾਜ ਦੀ, ਸੰਸਾਰ ਦੀ ਸੇਵਾ ਕਰਨਗੇ। ਇੱਦਾਂ ਅੰਗ ਸੰਗ ਹੁੰਦਾ। ਤਨ ਕਿਵੇਂ ਅਰਪਣ ਕਰਨਾ? ਅੱਖਾਂ ਦੇ ਦੇਣੀਆਂ ਨੇ ਗੁਰੂ ਨੂੰ। ਫਿਰ ਸਤਿਗੁਰੂ ਜੋ ਤੂੰ ਕਹੇਗਾ ਮੈਂ ਅੱਖਾਂ ਨਾਲ ਉਹ ਦੇਖਾਂਗਾ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ। ਫਿਰ ਸਤਿਗੁਰੂ ਕੰਨ ਮੈਂ ਤੈਨੂੰ ਅਰਪ ਦਿੱਤੇ ਨੇ, ਹੁਣ ਜੋ ਤੂੰ ਕਹੇਗਾ ਮੈਂ ਕੰਨਾਂ ਨਾਲ ਉਹ ਸੁਣਾਂਗਾ। ਤੇ ਗੁਰੂ ਜੀ ਕੀ ਸੁਣਨ ਨੂੰ ਆਖਦੇ ਨੇ? ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ, ਸੱਚ ਹੈ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜ਼ੁਬਾਨ ਹੁਣ ਤੈਨੂੰ ਭੇਟ ਕਰ ਦਿੱਤੀ, ਜ਼ੁਬਾਨ ਸਿਫਤ ਕਰੇਗੀ, ਹੱਥ ਤੇਰੀ ਸੇਵਾ ਕਰਨਗੇ, ਪੈਰ ਚੰਗੇ ਪਾਸੇ ਜਾਣਗੇ। ਇਹਨੂੰ ਕਹਿੰਦੇ ਨੇ ਤਨ ਭੇਟਾ ਕਰਨਾ। ਤੇ ਮਨ ਭੇਟਾ ਮੈਨੇ, ਮਨ ਵਿੱਚ ਹੁੰਦੀ ਹੈ ਸੋਚ, ਮਨ ਵਿੱਚ ਹੁੰਦੇ ਨੇ ਵਿਚਾਰ, ਵਿਚਾਰਾਂ ਦਾ ਸੰਗ੍ਰਹਿ ਹੈ ਮਨ। ਜਿਹੜੇ ਮੇਰੇ ਵਿਚਾਰ ਨੇ ਸਤਿਗੁਰੂ ਗੁਰਮਤਿ ਵਾਲੇ ਹੋਣਗੇ। ਮੈਂ ਜਦੋਂ ਸੋਚਾਂਗਾ ਸਰਬਤ ਦਾ ਭਲਾ ਸੋਚਾਂਗਾ, ਕਿਸੇ ਦਾ ਬੁਰਾ ਨਹੀਂ ਸੋਚਾਂਗਾ। ਮਨ ਵਿੱਚ ਜਦੋਂ ਸੋਚ ਆਏਗੀ, ਤੇਰੇ ਪਿਆਰ ਦੀ ਸੋਚ ਆਏਗੀ, ਤੇਰੇ ਅੱਗੇ ਸਮਰਪਿਤ ਹੋਣ ਦੀ ਸੋਚ ਆਏਗੀ। ਤੇਰੇ ਤੋਂ ਦੂਰ ਜਾਣ ਬਾਰੇ ਸੋਚਾਂਗਾ ਹੀ ਨਹੀਂ ਕਿ ਫਲਾਣੀ ਥਾਂ ਤੇ ਫਲਾਣੀ ਕਬਰ ਤੇ ਦੀਵਾ ਜਗਾਇਆ ਸੁੱਖ ਮਿਲ ਜਾਂਦਾ ਹੈ, ਫਲਾਣੀ ਥਾਂ ਤੇ ਫਲਾਣੇ ਡੇਰੇ ਤੇ ਮੱਥਾ ਟੇਕਿਆ ਸੁੱਖ ਮਿਲ ਜਾਂਦਾ ਹੈ। ਨਹੀਂ, ਮੇਰੀ ਸੋਚ ਇਹੀ ਹੋਏਗੀ ਕਿ ਮੇਰੇ ਗੁਰੂ ਨੇ ਕਿਹਾ ਹੈ ਕਿ ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚੈ ਭਾਵੈ। ਸੀਸ ਗੁਰੂ ਨੂੰ ਭੇਟਾ ਕਰਾਂਗਾ, ਮੇਰੀ ਸੋਚ ਗੁਰੂ ਅੱਗੇ ਸਮਰਪਿਤ ਹੋਏਗੀ। ਯਾਦ ਰੱਖਿਓ, ਕੇਵਲ ਇਹ ਕਹਿਣ ਦੀਆਂ ਗੱਲਾਂ ਨਹੀਂ, ਸਿੱਖਾਂ ਨੇ ਇਸ ਤਰ੍ਹਾਂ ਜ਼ਿੰਦਗੀ ਜੀ ਕੇ ਦਿਖਾਈ। ਜਦੋਂ ਪੰਜਾਬ ਦੀ ਧਰਤੀ ਤੇ ਜ਼ਕਰੀਆ ਖਾਨ ਦਾ ਕਬਜ਼ਾ ਹੈ, ਉਹਨੇ ਸਿੱਖਾਂ ਦੇ ਘਰ ਘੱਟ ਖੋਹ ਲਏ, ਜ਼ਮੀਨਾਂ ਖੋਹ ਲਈਆਂ, ਸਿੱਖ ਜੰਗਲਾਂ ਪਹਾੜਾਂ 'ਚ ਚਲੇ ਗਏ। ਜ਼ਕਰੀਆ ਖਾਨ ਨੇ ਇੱਕ ਚਿੱਠੀ ਲਿਖੀ ਸੀ ਪਹਾੜਾਂ 'ਚ, ਜੰਗਲਾਂ 'ਚ ਰਹਿੰਦੇ ਸਿੱਖਾਂ ਨੂੰ। ਉਸ ਚਿੱਠੀ ਵਿੱਚ ਲਿਖਿਆ ਸੀ, ਸਿੱਖੋ ਕੀ ਖਟਿਆ ਤੁਸੀਂ ਸਿੱਖ ਬਣ ਕੇ, ਕੀ ਮਿਲਿਆ ਤੁਹਾਨੂੰ ਸਿੱਖੀ ਦੇ ਵਿੱਚੋਂ? ਪਹਾੜਾਂ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਲੈ ਕੇ ਪੱਥਰਾਂ ਨਾਲ ਠੋਕਰਾਂ ਖਾਂਦੇ ਫਿਰਦੇ ਹੋ। ਜੰਗਲਾਂ ਦੇ ਵਿੱਚ ਆਪਣੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਲੈ ਕੇ ਕੰਢਿਆਂ ਨੂੰ ਵਿੰਨ੍ਹਦੇ ਤੁਰੇ ਜਾਂਦੇ ਹੋ। ਕੀ ਖਟਿਆ ਸਿੱਖ ਬਣ ਕੇ? ਛੱਡੋ ਸਿੱਖੀ ਨੂੰ, ਸਾਡੇ ਮੱਤ ਵਿੱਚ ਆ ਜਾਓ, ਤੁਹਾਨੂੰ ਤੁਹਾਡੇ ਘਰ ਵਾਪਸ ਕਰ ਦਿਆਂਗੇ, ਤੁਹਾਡੀਆਂ ਜ਼ਮੀਨਾਂ ਵਾਪਸ ਕਰ ਦਿਆਂਗੇ, ਜਾਇਦਾਦਾਂ ਤੁਹਾਨੂੰ ਵਾਪਸ ਦੇ ਦਿਆਂਗੇ, ਸੁਖੀ ਸੁਖੀ ਜ਼ਿੰਦਗੀ ਨੂੰ ਮਾਣੋ। ਸਿੱਖਾਂ ਨੇ ਇਹ ਚਿੱਠੀ ਪੜ੍ਹੀ ਤੇ ਚਿੱਠੀ ਪੜ੍ਹ ਕੇ ਜਵਾਬ ਲਿਖ ਕੇ ਦਿੱਤਾ ਸੀ, ਜ਼ਕਰੀਆ ਖਾਨ ਤੈਨੂੰ ਜ਼ਮੀਨ ਜਾਇਦਾਦ ਦਾ ਤੇ ਪਤਾ ਹੈ, ਤੈਨੂੰ ਗੁਰੂ ਤੇ ਸਿੱਖ ਦੇ ਪਿਆਰ ਦਾ ਨਹੀਂ ਪਤਾ। ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਨਾਲ ਪਿਆਰ ਪੁਗਾਇਆ, ਔਰ ਪਿਆਰ ਪੁਗਾਉਣ ਵਾਸਤੇ ਆਪਣਾ ਰਾਜ ਭਾਗ ਛੱਡਿਆ, ਆਪਣੇ ਕਿਲੇ ਛੱਡ ਦਿੱਤੇ, ਆਪਣੇ ਮਹਿਲ ਤਿਆਗ ਦਿੱਤੇ, ਅੱਜ ਸਾਡੀ ਵਾਰੀ ਪਿਆਰ ਪੁਗਾਉਣ ਦੀ ਹੈ। ਤੇ ਅੱਜ ਜੇ ਅਸੀਂ ਉਸ ਗੁਰੂ ਨਾਲੋਂ ਪਿਆਰ ਤੋੜ ਕੇ ਆਪਣੇ ਮਕਾਨ ਬਚਾਉਂਦੇ ਫਿਰੀਏ, ਫਿਰ ਕਾਹਦਾ ਪਿਆਰ? ਝੂਠ ਹੀ ਹੋਇਆ ਨਾ। ਜ਼ਕਰੀਆ ਖਾਨ, ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੀ ਖਾਤਰ ਆਪਣੇ ਪਰਿਵਾਰ ਨੂੰ ਸ਼ਹੀਦ ਕਰਾਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ, ਆਪਣਾ ਇੱਕ ਵੀ ਲਾਲ ਬਚਾ ਕੇ ਨਹੀਂ ਸੀ ਰੱਖਿਆ। ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾਏ, ਗੁਰੂ ਨੇ ਆਪਣਾ ਪਿਆਰ ਪੁਗਾਇਆ। ਅੱਜ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਛੱਡ ਕੇ ਅਸੀਂ ਆਪਣੇ ਬੱਚੇ ਬਚਾਉਂਦੇ ਫਿਰੀਏ, ਇਹ ਕਾਹਦਾ ਪਿਆਰ? ਝੂਠ ਹੋਇਆ ਨਾ। ਜ਼ਕਰੀਆ ਖਾਨ ਯਾਦ ਰੱਖ, ਸਾਡੇ ਮਕਾਨ ਜਾਂਦੇ ਜਾਣ, ਸਾਡੇ ਬੱਚੇ ਮਰਦੇ ਮਰਨ,
ਪਰ ਅਸੀਂ ਆਪਣੇ ਗੁਰੂ ਨਾਲੋਂ ਪਿਆਰ ਨਹੀਂ ਤੋੜ ਸਕਦੇ। ਅਸੀਂ ਤਨ ਵੀ ਭੇਟਾ ਕਰ ਦਿੱਤਾ, ਮਨ ਵੀ ਭੇਟਾ ਕਰ ਦਿੱਤਾ, ਸੋਚ ਗੁਰੂ ਅੱਗੇ ਭੇਟ ਕਰ ਦਿੱਤੀ, ਜੀਵਨ ਗੁਰੂ ਦੇ ਨਾਂ ਲਿਖ ਦਿੱਤਾ। ਜਿਸ ਭਗਤ ਰਵਿਦਾਸ ਜੀ ਦੀ ਬਾਣੀ ਦੀ ਅੱਜ ਵਿਚਾਰ ਕਰ ਰਹੇ ਹਾਂ, ਭਗਤ ਜੀ ਨੇ ਵੀ ਲਫ਼ਜ਼ ਕਿਹਾ ਸੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਜੀਵਨ ਅਰਪਣ ਕਰ ਦਿੱਤਾ। ਸਿੰਘਨ ਕਾਜ ਜੋ ਗੁਰੂ ਹਮਾਰੇ, ਸੀਸ ਦਿਆ ਨਿਜ ਸਣ ਪਰਵਾਰੇ। ਹਮ ਕਾਰਨ ਗੁਰ ਕੁੱਲੇ ਗਵਾਈ, ਹਮ ਕੁੱਲ ਰਾਖੈ ਕੌਣ ਵਡਾਈ। ਜਿਸ ਗੁਰੂ ਨੇ ਸਾਡੀ ਖਾਤਰ ਕੁੱਲ ਖਤਮ ਕਰਾ ਲਈ, ਅਸੀਂ ਉਸ ਗੁਰੂ ਨੂੰ ਛੱਡ ਕੇ ਆਪਣੀਆਂ ਕੁਲਾਂ ਬਚਾਉਂਦੇ ਫਿਰੀਏ, ਫਿਰ ਕਾਹਦਾ ਪਿਆਰ ਹੈ? ਨਹੀਂ, ਪਿਆਰ ਸਾਡਾ ਸੱਚਾ ਹੈ। ਸਾਡੀ ਕੁੱਲ ਜਾਂਦੀ ਜਾਏ, ਸਾਡਾ ਪਰਿਵਾਰ ਜਾਂਦਾ ਜਾਏ, ਸਾਡੀ ਜ਼ਮੀਨ ਜਾਇਦਾਦ ਜਾਂਦੀ ਜਾਏ, ਸਾਡਾ ਗੁਰੂ ਨਾਲੋਂ ਪਿਆਰ ਨਹੀਂ ਜਾਣਾ ਚਾਹੀਦਾ। ਆ ਹੈ ਤਨ ਮਨ ਅਰਪੋ ਪੂਜ ਕਰਾਵੋ, ਆਇਆ ਗੁਰੂ ਦੀ ਪੂਜਾ। ਸਾਡੇ 'ਚੋਂ ਕਿੰਨੇ ਕੁ ਐਸੇ ਹੋਣਗੇ ਜਿਹੜੇ ਸੱਚਮੁੱਚ ਜ਼ਿੰਦਗੀ 'ਚ ਦੁੱਖ ਆ ਜਾਏ, ਗਰੀਬੀ ਆ ਜਾਏ, ਮੁਸੀਬਤ ਆ ਜਾਏ, ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਨਾ ਜਾਣ? ਕਿੰਨੇ ਕੁ ਹੋਣਗੇ ਜਿਹੜੇ ਇਹ ਗੱਲ ਕਹਿ ਸਕਦੇ ਹੋਣਗੇ, ਸਤਿਗੁਰੂ ਹਜ਼ਾਰ ਦੁੱਖ ਵੀ ਆ ਜਾਣਗੇ, ਜੇ ਇਹਦੇ ਵਿੱਚ ਹੀ ਤੇਰਾ ਪਿਆਰ ਪ੍ਰਗਟ ਹੁੰਦਾ ਤੇ ਇੱਥੇ ਹੀ ਰਵਾਂਗਾ। ਜੇ ਦੇਹ ਦੁੱਖ ਲਾਈ ਹੈ, ਪਾਪ ਗ੍ਰਹਿ ਦੋਏ ਰਾਹ, ਰਤ ਪੀੜੇ ਰਾਜੇ ਸਿਰੇ ਉੱਪਰ ਰੱਖੀਐ। ਐਵੇਂ ਜਾਪੇ ਭਾਓ ਵੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਓ, ਤਾਂ ਵੀ ਤੇਰੀ ਸਿਫਤ ਹੀ ਕਰਦਾ ਰਵਾਂਗਾ, ਜੇ ਤੇਰਾ ਪਿਆਰ ਇਦਾਂ ਪ੍ਰਗਟ ਹੁੰਦਾ ਹੋਵੇ। ਕਿੰਨੇ ਕੁ ਨੇ ਜਿਹੜੇ ਇਹ ਗੱਲ ਕਹਿ ਸਕਦੇ ਹੋਣ ਕਿ ਜ਼ਿੰਦਗੀ 'ਚ ਹਜ਼ਾਰ ਦੁੱਖ ਵੀ ਆ ਜਾਣਗੇ, ਫਰੀਦਾ ਬਾਹਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ। ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਤਿਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਕਿੰਨੇ ਕੁ ਨੇ ਜਿਹੜੇ ਇਸ ਤਰ੍ਹਾਂ ਅਰਪਣ ਹੋ ਸਕਦੇ ਨੇ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹਨੂੰ ਕਹਿੰਦੇ ਨੇ ਭੇਟਾ ਹੋ ਜਾਣਾ। ਤਨ ਮਨ ਅਰਪੋ ਪੂਜ ਕਰਾਵੋ, ਆਹ ਹੈ ਪੂਜਾ ਦਾ ਤਰੀਕਾ। ਭਗਤ ਜੀ ਆਖਦੇ ਨੇ, ਮੈਂ ਆਪਣਾ ਤਨ ਆਪਣਾ ਮਨ ਹੁਣ ਅਰਪ ਦਿੰਦਾ ਹਾਂ, ਬਸ ਇਸ ਤਰ੍ਹਾਂ ਹੀ ਮਾਲਕ ਮੈਂ ਤੇਰੀ ਪੂਜਾ ਕਰਦਾ ਹਾਂ। ਗੁਰ ਪ੍ਰਸਾਦ ਨਿਰੰਜਨ ਪਾਵੋ। ਇਸ ਤਰ੍ਹਾਂ ਗੁਰ ਪ੍ਰਸਾਦ ਮੈਨੇ ਗੁਰੂ ਦੀ ਕਿਰਪਾ, ਇਸ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਗੁਰੂ ਦਾ ਗਿਆਨ ਲੈ ਕੇ। ਕਿਰਪਾ ਕਿਵੇਂ ਹੁੰਦੀ ਹੈ? ਕਰ ਕਿਰਪਾ ਕਿਲੇ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਪਾਪ ਕੱਟੇ ਜਾਣ, ਗਿਆਨ ਦਾ ਸੁਰਮਾ ਅੱਖਾਂ 'ਚ ਪੈ ਜਾਏ, ਜਿੱਦਣ ਤੁਹਾਡੀ ਜ਼ਿੰਦਗੀ 'ਚ ਬਾਣੀ ਦਾ ਗਿਆਨ ਆ ਗਿਆ, ਸਮਝ ਲਿਓ ਤੁਹਾਡੇ ਤੇ ਗੁਰੂ ਦੀ ਕਿਰਪਾ ਹੋ ਗਈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਗੁਰੂ ਦਾ ਗਿਆਨ ਲੈ ਕੇ ਨਿਰੰਜਨ ਪਾਵੋ। ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਪਰੇ ਹੈ, ਜਿਹੜਾ ਮਾਇਆ ਵਿੱਚ ਰਹਿੰਦਿਆਂ ਨਿਰਲੇਪ ਹੈ, ਮੈਂ ਐਸੇ ਪ੍ਰਭੂ ਨੂੰ ਸੰਸਾਰ ਦੇ ਵਿੱਚੋਂ ਪ੍ਰਾਪਤ ਕਰ ਲੈਣਾ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬਸ ਇਸੇ ਸੰਸਾਰ ਦੇ ਵਿੱਚੋਂ ਉਸ ਨਿਰਲੇਪ ਪ੍ਰਭੂ ਦੇ ਦਰਸ਼ਨ ਕਰ ਲੈਂਦਾ ਹਾਂ। ਪੂਜਾ ਅਰਚਾ ਆਹੇ ਨਾ ਤੋਰੀ। ਹੇ ਪ੍ਰਭੂ, ਇਹਦੇ ਤੋਂ ਬਿਨਾ ਹੋਰ ਦੁਨਿਆਵੀ ਪਦਾਰਥਾਂ ਦੇ ਨਾਲ ਤੇਰੀ ਪੂਜਾ, ਤੇਰੀ ਅਰਚਨਾ ਕਿਵੇਂ ਹੋ ਸਕਦੀ ਹੈ? ਕਹਿ ਰਵਿਦਾਸ ਕਵਨ ਗਤ ਮੋਰੀ। ਜਿਸ ਸੰਸਾਰਕ ਵਸਤੂਆਂ ਭੇਟਾ ਕੀਤਿਆਂ ਪੂਜਾ ਨਹੀਂ ਹੋ ਸਕਦੀ, ਫਿਰ ਮੇਰੀ ਅਵਸਥਾ ਕਿਵੇਂ ਬਣੇਗੀ? ਭਗਤ ਰਵਿਦਾਸ ਜੀ ਆਖਦੇ ਨੇ, ਮੇਰੀ ਜ਼ਿੰਦਗੀ ਸਫਲ ਕਿਵੇਂ ਹੋਏਗੀ? ਮੈਂ ਆਪਣੇ ਜੀਵਨ ਨੂੰ, ਮਨੁੱਖਾਂ ਦੇਹੀ ਨੂੰ ਕਿਵੇਂ ਸਫਲ ਕਰਾਂਗਾ? ਭਾਵ ਫਿਰ ਕੋਈ ਤਰੀਕਾ ਬਚਦਾ ਹੀ ਨਹੀਂ। ਬਸ ਇੱਕੋ ਇੱਕ ਤਰੀਕਾ ਹੈ, ਜਿਹਨੇ ਆਪਣੇ ਮਾਲਕ ਦੀ ਪੂਜਾ ਕਰਨੀ ਹੈ, ਉਹਨੂੰ ਆਪਣੇ ਮਾਲਕ ਅੱਗੇ ਆਪਣਾ ਮਨ ਭੇਟਾ ਕਰਨਾ ਪਏਗਾ, ਆਪਣਾ ਤਨ ਭੇਟਾ ਕਰਨਾ ਪਏਗਾ, ਸਰੀਰ ਨੂੰ ਆਪਣੇ ਮਾਲਕ ਦੇ ਹੁਕਮਾਂ ਦੇ ਮੁਤਾਬਕ ਚਲਾਉਣਾ ਪਏਗਾ, ਮਨ ਦੀ ਸੋਚ ਮਾਲਕ ਦੇ ਹੁਕਮਾਂ ਦੇ ਅਨੁਸਾਰ ਸਰਬਤ ਦੇ ਭਲੇ ਵਾਲੀ ਰੱਖਣੀ ਪਏਗੀ। ਬਸ ਆਹੀ ਇੱਕ ਤਰੀਕਾ ਉਸ ਪ੍ਰਭੂ ਦੀ ਪੂਜਾ ਦਾ ਹੈ। ਇਹ ਸਨ ਸਤਿਕਾਰਯੋਗ ਭਗਤ ਰਵਿਦਾਸ ਜੀ ਦੀ ਬਾਣੀ ਦੇ ਅੱਜ ਦੇ ਜਿਹੜੇ ਮੁਖਵਾਕ ਦੇ ਰੂਪ ਵਿੱਚ ਆਏ ਬਚਨ ਸਨ, ਉਹਨਾਂ ਦੀ ਵਿਚਾਰ ਆਪ ਨੇ ਸਰਵਣ ਕੀਤੀ ਹੈ। ਇਹਦੇ ਤੋਂ ਇਲਾਵਾ ਇਸ ਸਥਾਨ ਤੇ ਲੜੀਵਾਰ ਗੁਰਸ਼ਬਦ ਦੀ ਵਿਚਾਰ ਵੀ ਚੱਲਦੀ ਹੈ, ਜਿਹਦੇ ਵਿੱਚ ਅੱਜ ਭਾਈ ਸਾਹਿਬ ਜੀ ਅਗਲੇ ਸ਼ਬਦ ਦੀ ਲੜੀ ਆਰੰਭ ਕਰ ਰਹੇ ਹਨ। ਰਾਮ ਕਲੀ ਮਹਲਾ ਪੰਜਵਾ। ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਰਾਮਕਲੀ ਰਾਗ ਦਾ ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 916 ਉੱਪਰ ਸੁਸ਼ੋਭਿਤ ਹੈ। ਇਸ ਸ਼ਬਦ ਤੋਂ ਬਾਅਦ ਫਿਰ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਗਲੇ ਦਿਨਾਂ ਤੋਂ ਸ਼ੁਰੂ ਹੋ ਜਾਏਗੀ। ਭਾਵ ਆਨੰਦ ਸਾਹਿਬ ਤੋਂ ਪਹਿਲਾਂ
ਇਹ ਸ਼ਬਦ ਹੈ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਜੀਵਾਂ ਤੇ ਮਿਹਰਾਮਤ ਕਰ ਰਹੇ ਹਨ। ਮਨ ਬਚ ਕਰਮ RAM ਨਾਮ ਚਿਤਾਰੀ। ਮਨ ਬਚ ਕਰਮ ਤਿੰਨ ਤਰੀਕੇ ਨੇ। RAM ਨਾਮ ਚਿਤਾਰੀ, ਮੈਂ RAM ਦੇ ਨਾਮ ਨੂੰ ਚੇਤੇ ਕਰਦਾ ਹਾਂ ਤਿੰਨ ਤਰੀਕਿਆਂ ਦੇ ਨਾਲ। ਜਿਵੇਂ ਮਨਮੁਖ ਵੀ ਤਿੰਨ ਤਰੀਕਿਆਂ ਦੇ ਨਾਲ ਮਾਇਆ ਨੂੰ ਚੇਤੇ ਕਰਦਾ ਹੈ, ਜ਼ਮੀਨ ਜਾਇਦਾਦ ਨੂੰ ਚੇਤੇ ਕਰਦਾ ਹੈ, ਧੀਆਂ ਪੁੱਤਰਾਂ ਨੂੰ ਚੇਤੇ ਕਰਦਾ ਹੈ। ਮਨ ਬਚ ਕਰਮ ਦੇ ਨਾਲ ਹੀ ਉਹ ਕਰਦਾ ਹੈ। ਮਨ ਬਚ ਕਰਮ ਐਸੇ ਤਿੰਨ ਚੀਜ਼ਾਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਕਿਸੇ ਨੂੰ ਵੀ ਚੇਤੇ ਕਰ ਸਕਦੇ ਹਾਂ। ਮਨਮੁਖ ਸੰਸਾਰ ਨੂੰ ਚੇਤੇ ਕਰਦਾ ਹੈ, ਔਰ ਸੰਸਾਰ ਨੂੰ ਚੇਤੇ ਕਰਕੇ ਉਹ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਮਨ ਬਚ ਕਰਮ ਕਰਕੇ ਉਹ ਦੋਜਕ ਦੇ ਵਿੱਚ ਜਾ ਰਹੇ ਨੇ। ਉਹ ਐਸੇ ਮਨਮੁਖ ਨੇ ਜਿਹੜੇ ਮਨ ਬਚਨ ਕਰਮ ਕਰਕੇ ਵਿਕਾਰਾਂ 'ਚ ਫਸੇ ਹੋਏ ਨੇ। ਪਰ ਕਰਨਾ ਕੀ ਸੀ? ਜੋ ਕਰਨਾ ਸੀ ਕੀਤਾ ਨਹੀਂ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜਾਂ ਜੀ ਸੋਚ ਤਰੋ। ਗੁਰੂ ਜੀ ਆਖਦੇ ਨੇ ਆਹ ਤੈਨੂੰ ਦੱਸਾਂ ਤੂੰ ਕੀ ਕਰਨਾ। ਮਨ ਬਚ ਕਰਮ RAM ਨਾਮ ਚਿਤਾਰੀ। ਮਨ ਕਰਕੇ ਕਰਮਾਂ ਕਰਕੇ ਬਚਨਾ ਕਰਕੇ RAM ਦੇ ਨਾਮ ਨੂੰ ਚੇਤੇ ਕਰ ਲਈ। ਚਿਤਾਰੀ ਮੈਨੇ ਚੇਤਾ ਕਰਨਾ, ਯਾਦ ਕਰਨਾ। ਔਰ ਸਿੱਖ ਨੇ ਹਰ ਪਲ ਚੇਤੇ ਕਰਨਾ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਮੇਰੇ ਮਨ ਅਨ ਦਿਨ ਜਾਗ ਹਰ ਚੇਤ, ਚੇਤੇ ਕਰ ਲੈ। ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ, ਚੇਤੇ ਰੱਖੀ ਭੁੱਲ ਨਾ ਜਾਈ। ਔਰ ਇਸੇ ਚੇਤੇ ਨੂੰ ਅਸੀਂ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ। ਜਦੋਂ ਅਸੀਂ ਇਹ ਬੰਦ ਪੜ੍ਹਦੇ ਹਾਂ ਨਾ, ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਚਿੱਤ ਆਵੇ ਮੈਨੂੰ ਯਾਦ ਆਵੇ। ਉੱਥੇ 3 ਵਾਰ ਵਾਹਿਗੁਰੂ ਕਿਉਂ ਕਿਹਾ? 5 ਵਾਰ ਕਿਉਂ ਨਹੀਂ ਕਿਹਾ? 1 ਵਾਰ ਕਿਉਂ ਨਹੀਂ ਕਿਹਾ? 2 ਵਾਰ 4 ਵਾਰ ਕਿਉਂ ਨਹੀਂ ਕਿਹਾ? 3 ਵਾਰ। 3 ਵਾਰ ਕਹਿਣ ਦਾ ਮਤਲਬ ਮਨ ਕਰਕੇ ਵਾਹਿਗੁਰੂ ਚੇਤੇ ਕਰੀ, ਬਚਨਾ ਕਰਕੇ ਵਾਹਿਗੁਰੂ ਚੇਤੇ ਕਰੀ, ਤੇ ਕਰਮਾਂ ਕਰਕੇ ਵਾਹਿਗੁਰੂ ਚੇਤੇ ਕਰੀ। ਮਨ ਬਚ ਕਰਮ, ਇਹ 3 ਤਰੀਕੇ ਨੇ। ਪੁੱਛਿਆ ਉਹ ਕਿਸ ਤਰ੍ਹਾਂ ਕਰਾਂਗੇ ਅਸੀਂ? ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਕਿਵੇਂ ਚੇਤੇ ਰੱਖਾਂਗੇ? ਬਚਨਾ ਕਰਕੇ ਚੇਤੇ ਕਰਨ ਦਾ ਕੀ ਤਰੀਕਾ ਹੈ? ਜਦੋਂ ਇਹ ਜ਼ੁਬਾਨ ਕਿਸੇ ਨੂੰ ਮਾੜਾ ਬੋਲਣ ਲੱਗੇ, ਕਿਸੇ ਨੂੰ ਗਾਲ ਕੱਢਣ ਲੱਗੇ, ਕਿਸੇ ਦੀ ਨਿੰਦਾ ਕਰਨ ਲੱਗੇ, ਵਾਹਿਗੁਰੂ ਚਿੱਤ ਆਵੇ, ਯਾਦ ਆ ਜਾਏ ਇਹਦੇ 'ਚ ਮੇਰਾ ਰੱਬ ਬੈਠਾ, ਇਹਨੂੰ ਮਾੜਾ ਕਿਉਂ ਬੋਲਣਾ ਹੈ? ਮੇਰਾ ਗੁਰੂ ਕਹਿ ਕੇ ਗਿਆ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹਨੂੰ ਮਾੜਾ ਕਿਉਂ ਬੋਲਣਾ ਹੈ? ਬੋਲਣ ਲੱਗਿਆਂ ਵਾਹਿਗੁਰੂ ਚਿੱਤ ਆਵੇ, ਯਾਦ ਆ ਜਾਏ ਇਹਦੇ 'ਚ ਰੱਬ ਬੈਠਾ ਹੈ। ਬੱਚੇ ਨਾਲ ਗੱਲ ਕਰਨ ਲੱਗੋ, ਵਾਹਿਗੁਰੂ ਚਿੱਤ ਆਵੇ। ਬੱਚੇ ਨੂੰ ਝੂਠ ਬੋਲਣਾ ਨਹੀਂ ਸਿਖਾਉਣਾ, ਬੱਚੇ ਨੂੰ ਗਾਲਾਂ ਕੱਢਣੀਆਂ ਨਹੀਂ ਸਿਖਾਉਣੀਆਂ, ਇਹਨੂੰ ਸੱਚ ਬੋਲਣਾ ਸਿਖਾਉਣਾ ਹੈ। ਜਦੋਂ ਬੋਲਣ ਲੱਗੋ ਵਾਹਿਗੁਰੂ ਚਿੱਤ ਆਵੇ, ਮੈਂ ਗੁਆਂਢੀ ਨਾਲ ਕਿਵੇਂ ਗੱਲ ਕਰਨੀ ਹੈ, ਮੈਂ ਆਪਣੇ ਮਿੱਤਰ ਨਾਲ ਕਿਵੇਂ ਗੱਲ ਕਰਨੀ ਹੈ, ਮੈਂ ਆਪਣੇ ਬਜ਼ੁਰਗ ਮਾਪਿਓ ਨਾਲ ਕਿਵੇਂ ਗੱਲ ਕਰਨੀ ਹੈ, ਮੈਂ ਆਪਣੇ ਜੀਵਨ ਸਾਥੀ ਨਾਲ ਕਿਵੇਂ ਗੱਲ ਕਰਨੀ ਹੈ, ਮੈਂ ਆਪਣੇ ਸੰਸਾਰ ਦੇ ਹੋਰ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ। ਬੋਲਣ ਲੱਗਿਆਂ ਵਾਹਿਗੁਰੂ ਚਿੱਤ ਆਵੇ, ਇਹਦੇ 'ਚ ਰੱਬ ਬੈਠਾ ਹੈ। ਤੁਹਾਡੀ ਬੋਲ ਬਾਣੀ ਮਿੱਠੀ ਹੋ ਜਾਏਗੀ। ਤੇ ਬੋਲ ਬਾਣੀ ਕੀ ਕਰੇਗੀ? ਗੰਢ ਪ੍ਰੀਤੀ ਮਿੱਠੇ ਬੋਲ। ਇਹ ਮਿੱਠੇ ਬੋਲ ਪਿਆਰ ਦੀ ਗੰਢ ਪਾ ਦੇਣਗੇ ਸੰਸਾਰ ਦੇ ਨਾਲ। ਕਰਮਾਂ ਕਰਕੇ ਵਾਹਿਗੁਰੂ ਕਿਵੇਂ ਚੇਤੇ ਹੋਏਗਾ? ਕਰਮਾਂ ਕਰਕੇ ਵੀ ਵਾਹਿਗੁਰੂ ਚੇਤੇ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ? ਜਦੋਂ ਇਹ ਹੱਥ ਚੋਰੀ ਕਰਨ ਲੱਗਣ, ਵਾਹਿਗੁਰੂ ਚਿੱਤ ਆਵੇ, ਇਹਦੇ 'ਚ ਰੱਬ ਵਸਦਾ, ਇਹਦੀ ਚੋਰੀ ਕਿਉਂ ਕਰਾਂ? ਬਾਣੀ ਯਾਦ ਆ ਜਾਏ। ਮੇਰੇ ਗੁਰੂ ਨੇ ਕਿਹਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਹੱਥ ਕਿਸੇ ਦੀ ਜੇਬ ਕੱਟਣ ਲੱਗਣ, ਕਿਸੇ ਦਾ ਹੱਕ ਮਾਰਨ ਲੱਗਣ, ਵਾਹਿਗੁਰੂ ਚਿੱਤ ਆਵੇ, ਇਹਦੇ 'ਚ ਮੇਰਾ ਰੱਬ ਬੈਠਾ ਹੈ, ਮੈਂ ਇਹਦਾ ਹੱਕ ਕਿਉਂ ਮਾਰਨਾ ਹੈ? ਮੇਰਾ ਗੁਰੂ ਕਹਿ ਕੇ ਗਿਆ ਹੈ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਇਹ ਕਰਮਾਂ ਕਰਕੇ ਵਾਹਿਗੁਰੂ ਚੇਤੇ ਆ ਜਾਏਗਾ। ਜਦੋਂ ਕਰਮ ਕਰਨ ਲੱਗੋ ਵਾਹਿਗੁਰੂ ਚਿੱਤ ਆਵੇ। ਦੁਕਾਨਦਾਰ ਕਰਮ ਕਰਨ ਲੱਗੇ, ਸੌਦਾ ਵੇਚਣ ਲੱਗੇ ਗਾਹਕ ਨੂੰ, ਵਾਹਿਗੁਰੂ ਚਿੱਤ ਆਵੇ, ਇਹਨੂੰ ਮਿਲਾਵਟੀ ਸਮਾਨ ਨਹੀਂ ਵੇਚਣਾ, ਇਹਨੂੰ ਗਲਤ ਚੀਜ਼ ਨਹੀਂ ਵੇਚਣੀ, ਇਹਦਾ ਨੁਕਸਾਨ ਨਹੀਂ ਕਰਨਾ। ਨੌਕਰ ਕੰਮ ਕਰਨ ਲੱਗੇ ਆਪਣੇ ਮਾਲਕ ਦੇ ਕੋਲ, ਵਾਹਿਗੁਰੂ ਚਿੱਤ ਆਵੇ, ਮੈਂ ਗਲਤ ਕੰਮ ਨਹੀਂ ਕਰਨਾ, ਬੇਈਮਾਨੀ ਵਾਲਾ ਕੰਮ ਨਹੀਂ ਕਰਨਾ, ਮੈਂ ਮਾਲਕ ਦੇ ਪ੍ਰਤੀ ਇਮਾਨਦਾਰ ਰਹਿਣਾ ਹੈ। ਜਦੋਂ ਕਰਮ ਕਰਨ ਲੱਗੋ, ਔਰ ਇਹ ਕਰਮ 24 ਘੰਟੇ ਹੋ ਸਕਦਾ ਹੈ, 24 ਘੰਟੇ ਦਿਨ ਰਾਤ। ਜਦੋਂ ਕੋਈ ਕਰਮ ਕਰਨ ਲੱਗੋ ਵਾਹਿਗੁਰੂ ਚਿੱਤ ਆਵੇ, ਇਹਦੇ 'ਚ ਰੱਬ ਬੈਠਾ ਹੈ, ਮੈਂ ਇਹਦਾ ਬੁਰਾ ਨਹੀਂ ਕਰਨਾ। ਤੇ ਤੀਜਾ ਮਨ ਕਰਕੇ, ਮਨ ਕਰਕੇ ਵਾਹਿਗੁਰੂ ਕਿਵੇਂ ਚਿੱਤ ਆਏਗਾ? ਜਦੋਂ ਮੰਨ ਲਓ ਗੁਆਂਢੀ ਨੇ ਤੁਹਾਨੂੰ ਲਿਆ ਕੇ ਡੱਬਾ ਦਿੱਤਾ ਮਠਿਆਈ ਦਾ, ਕਿ ਦੇਖੋ ਜੀ
ਮੈਂ 5 ਬੈਡਰੂਮ ਘਰ ਲੈ ਲਿਆ, ਵੱਡਾ ਘਰ ਲੈ ਰਿਹਾ, ਤੇ ਜਦੋਂ ਮਨ ਕਲਪਦਾ ਹੈ ਨਾ ਵੀ ਐਡਾ ਵੱਡਾ ਘਰ, ਮੈਂ ਤੇ ਕਿਰਾਏ ਦੇ ਮਕਾਨ 'ਚ ਕੁਲਦਾ ਫਿਰਦਾ, ਸੋਚ ਨੀਵੀਂ ਹੋ ਗਈ, ਉਦੋਂ ਵਾਹਿਗੁਰੂ ਚੇਤਾ ਆਵੇ ਕਿ ਇਹਦੇ ਵਿੱਚ ਵੀ ਮੇਰਾ ਵਾਹਿਗੁਰੂ ਪ੍ਰਭੂ ਬੈਠਾ ਹੈ, ਇਹਦੇ ਵਿੱਚ ਵੀ ਮੇਰਾ ਗੁਰੂ ਪਰਮੇਸ਼ਰ ਬੈਠਾ ਹੋਇਆ ਹੈ, ਮੈਂ ਇਹਦਾ ਵੀ ਬੁਰਾ ਕਿਉਂ ਸੋਚਾਂ, ਮੈਂ ਇਹਦਾ ਵੀ ਭਲਾ ਸੋਚਾਂ। ਜਦੋਂ ਵੀ ਮਨ ਕਿਸੇ ਬਾਰੇ ਬੁਰਾ ਸੋਚਣ ਲੱਗੇ, ਵਾਹਿਗੁਰੂ ਚਿੱਤ ਆਵੇ ਇਹਦੇ 'ਚ ਰੱਬ ਬੈਠਾ ਹੈ, ਮੈਂ ਬੁਰਾ ਕਿਉਂ ਸੋਚਾਂ। ਜਦੋਂ ਮਨ ਦੀ ਸੋਚ ਚੰਗੀ ਹੋ ਜਾਏਗੀ, ਉਹਨਾਂ ਚੰਗੇ ਵਿਚਾਰਾਂ ਵਿੱਚੋਂ ਚੰਗੇ ਕਰਮ ਜਨਮ ਲੈਣਗੇ, ਉਹਨਾਂ ਚੰਗੇ ਵਿਚਾਰਾਂ 'ਚੋਂ ਮਿੱਠੀ ਬੋਲ ਬਾਣੀ ਜਨਮ ਲਏਗੀ। ਮਨ ਬਚ ਕਰਮ, ਗੁਰਬਾਣੀ ਵਿੱਚ ਇੱਕ ਨਹੀਂ ਅਨੇਕਾਂ ਤੁਕਾਂ ਨੇ, ਮਨ ਬਚ ਕਰਮ ਗੋਬਿੰਦ ਆਧਾਰ, ਤਾਤੇ ਛੁਟਿਓ ਬਿਕ ਸੰਸਾਰ। ਮਨ ਬਚ ਕਰਮ ਜੇ ਆਪ ਜਨਾਈ, ਗੁਰ ਪ੍ਰਸਾਦ ਨਾਨਕ ਫਲ ਪਾਈ। ਸ੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਮਨ ਬਚ ਕਰਮ ਜੇ ਤੁਧ ਅਰਾਧੇ, ਸੇ ਸਭੇ ਫਲ ਪਾਵੇਂ। ਇੱਕ ਨਹੀਂ ਅਨੇਕਾਂ ਤੁਕਾਂ ਨੇ। ਅੱਜ ਵੀ ਇਹ ਸ਼ਬਦ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਮਨ ਬਚ ਕਰਮ ਰਾਮ ਨਾਮ ਚਿਤਾਰੀ। ਮੈਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਪ੍ਰਭੂ ਦੇ ਨਾਮ ਨੂੰ ਚੇਤੇ ਕਰਾਂ। ਜਦੋਂ ਮਨ 'ਚ ਸੋਚਾਂ ਭਲੇ ਦੀ ਗੱਲ ਸੋਚਾਂ, ਜਦੋਂ ਜ਼ਬਾਨ ਤੋਂ ਬੋਲਾਂ ਮਿੱਠਾ ਬੋਲਾਂ, ਜਦੋਂ ਹੱਥੀਂ ਕਰਮ ਕਰਾਂ ਸਮਾਜ ਦੇ ਭਲੇ ਦੇ ਕਰਮ ਕਰਾਂ। ਕੋਈ ਕਰਮ ਕਰਨ ਲੱਗੋ 3 ਚੀਜ਼ਾਂ ਯਾਦ ਰੱਖ ਲਓ। ਜਿਹਦੇ ਲਈ ਮੈਂ ਕੰਮ ਕਰ ਰਿਹਾ ਉਹਦਾ ਨੁਕਸਾਨ ਤੇ ਨਹੀਂ, ਜਿਹੜਾ ਕੰਮ ਕਰ ਰਿਹਾ ਮੇਰਾ ਨੁਕਸਾਨ ਤੇ ਨਹੀਂ, ਤੇ ਜਿਹੜਾ ਕੰਮ ਕਰ ਰਿਹਾ ਕਿਸੇ ਤੀਜੇ ਦਾ ਨੁਕਸਾਨ ਤੇ ਨਹੀਂ। ਜੇ ਤੀਜੇ ਦਾ ਵੀ ਨੁਕਸਾਨ ਨਹੀਂ, ਮੇਰਾ ਵੀ ਨਹੀਂ, ਤੁਹਾਡਾ ਵੀ ਨਹੀਂ, ਸਮਝ ਲਿਓ ਉਹ ਕਰਮ ਠੀਕ ਹੈ, ਸਮਾਜ ਦੇ ਭਲੇ ਵਾਲਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ ਸੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਬਸ ਆਹ ਤਰੀਕਾ ਹੈ, ਸੱਚੀ ਸੁੱਚੀ ਕਿਰਤ ਕਰਕੇ ਗਰੀਬ ਲੋੜਵੰਦ ਦੀ ਮਦਦ ਕਰਨੀ, ਆਹ ਹੱਥਾਂ ਦੇ ਕਰਮ ਨੇ ਸਾਰੇ। ਮਨ ਬਚ ਕਰਮ ਰਾਮ ਨਾਮ ਚਿਤਾਰੀ। ਮਨ ਕਰਕੇ ਰੱਬ ਚੇਤੇ ਰਵੇ, ਕਰਮਾਂ ਕਰਕੇ ਪ੍ਰਭੂ ਯਾਦ ਰਵੇ, ਤੇ ਬਚਨਾਂ ਦੇ ਕਰਕੇ ਪ੍ਰਭੂ ਯਾਦ ਵਿੱਚ ਬਣਿਆ ਰਹਿਣਾ ਚਾਹੀਦਾ ਹੈ। ਘੂਮਨ ਘੇਰ ਮਹਾ ਅਤ ਬਿਖੜੀ, ਗੁਰਮੁਖ ਨਾਨਕ ਪਾਰੀ ਉਤਾਰੀ। ਹੁਣ ਆਹ ਜਿਹੜੀ ਘੁੰਮਣ ਘੇਰ ਵਾਲੀ ਜ਼ਿੰਦਗੀ ਹੈ ਨਾ, ਪਾਪਾਂ ਵਿਕਾਰਾਂ ਵਾਲੀ, ਜਿਹਦੇ ਵਿੱਚ ਕਦੀ ਹੰਕਾਰ ਦੀ ਮੰਝ ਧਾਰ ਆ ਗਈ, ਕਦੀ ਲੋਭ ਦੀਆਂ ਲਹਿਰਾਂ ਆ ਕੇ ਵੱਜਦੀਆਂ ਨੇ, ਕਦੀ ਮੋਹ ਦੀਆਂ ਤੇਜ਼ ਹਵਾਵਾਂ ਜ਼ਿੰਦਗੀ ਨੂੰ ਖਤਮ ਕਰਦੀਆਂ ਨੇ, ਗੁਣਾਂ ਨੂੰ ਖਤਮ ਕਰਦੀਆਂ ਨੇ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੇ ਕੇਸਵਾ। ਆਹ ਵਿਕਾਰਾਂ ਵਾਲੀ ਘੁੰਮਣ ਘੇਰੀ ਮਹਾ ਅਤ ਬਿਖੜੀ, ਜਿਹੜੀ ਬੜੀ ਕਠੋਰ ਹੈ, ਦੁੱਖ ਦੇਣ ਵਾਲੀ ਹੈ। ਗੁਰਮੁਖ ਨਾਨਕ ਪਾਰ ਉਤਾਰੀ। ਹੇ ਨਾਨਕ, ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਹੈ, ਉਦੋਂ ਇਹ ਮਨ ਬਚ ਕਰਮ ਵਾਲਾ ਸਿਮਰਨ ਜਿਹੜਾ ਹੈ, ਇਹ ਉਸ ਜੀਵ ਨੂੰ ਤਾਰ ਦਿੰਦਾ ਹੈ। ਰਹਾਉ ਅੰਤਰ ਸੂਖਾ ਬਾਹਰ ਸੂਖਾ, ਹਰ ਜਪ ਮਲਣ ਭਏ ਦੁਸਟਾਰੀ। ਹੁਣ ਇਸ ਮਨ ਬਚ ਕਰਮ ਜਿਹੜਾ ਚੇਤਾ ਹੈ ਨਾ, ਇਹ ਯਾਦ, ਇਹ ਸਿਮਰਨ ਇੱਕ ਫਾਇਦਾ ਹੋਰ ਵੀ ਕਰਦਾ ਹੈ। ਅੰਤਰ ਸੂਖਾ ਬਾਹਰ ਸੂਖਾ, ਅੰਦਰ ਵੀ ਸੁੱਖ ਬਾਹਰ ਵੀ ਸੁੱਖ। ਜਿਹੜਾ ਅਸੀਂ ਅਰਦਾਸ ਵਿੱਚ ਇਹ ਤੁਕ ਪੜ੍ਹੀ ਸੀ ਨਾ, ਵਾਹਿਗੁਰੂ 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 ਚਿੱਤ ਆਵੇ, ਮਨ ਕਰਕੇ ਵਾਹਿਗੁਰੂ ਚੇਤੇ ਰਵੇ, ਸੋਚਣ ਲੱਗੋ ਰੱਬ ਯਾਦ ਰਵੇ, ਇਹਦਾ ਬੁਰਾ ਨਹੀਂ ਸੋਚਣਾ। ਬਚਨਾ ਕਰਕੇ ਪ੍ਰਭੂ ਯਾਦ ਰਵੇ ਕਿ ਜਿਹਦਾ ਮੈਂ ਬੋਲਣ ਲੱਗਿਆ, ਜਿਹਦੇ ਸਾਹਮਣੇ ਮੈਂ ਉਹਨੂੰ ਦੁੱਖ ਨਾ ਦੇਵਾਂ। ਕਰਮਾਂ ਕਰਕੇ ਮੈਂ ਨੁਕਸਾਨ ਨਾ ਕਰਾਂ। ਇਹਦੇ ਨਾਲ ਪਤਾ ਕੀ ਹੋਏਗਾ? ਆਪਣਾ ਤੇ ਲਾਭ ਹੋਏਗਾ ਹੀ ਹੋਏਗਾ, ਦੂਜੇ ਦਾ ਵੀ ਹੋਏਗਾ। ਧਰਮੀ ਬੰਦਾ ਸਵਾਰਥੀ ਨਹੀਂ ਹੁੰਦਾ। ਮੈਂ ਆਪਣੇ ਘਰ 'ਚ ਫੁੱਲਾਂ ਦੀ ਬਗੀਚੀ ਖੜਾ ਲਵਾਂ ਕਿ ਮੇਰੇ ਘਰ 'ਚ ਫੁੱਲਾਂ ਦੀ ਸੁਗੰਧੀ ਫੈਲ ਜਾਏ, ਪਰ ਮੇਰੇ ਘਰ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਣ ਤੇ ਮੇਰੀ ਸੁਗੰਧੀ ਕਿੰਨਾ ਚਿਰ ਬਚੇਗੀ? ਮੈਨੂੰ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਕਰਨੀ ਪਏਗੀ। ਆਲੇ ਦੁਆਲੇ ਦੀ ਸਫਾਈ ਕਰਾਂਗਾ, ਮੇਰੇ ਘਰ ਦੇ ਫੁੱਲਾਂ ਦੀ ਸੁਗੰਧੀ ਬਚੀ ਰਹੇਗੀ, ਤੇ ਇਹੀ ਫੁੱਲਾਂ ਦੀ ਸੁਗੰਧ ਜਦੋਂ ਉੱਡ ਕੇ ਬਾਹਰ ਜਾਏਗੀ, ਰਾਹੀ ਮੁਸਾਫਰਾਂ ਨੂੰ ਵੀ ਸੁੱਖ ਦੇਗੀ, ਉਹਨਾਂ ਨੂੰ ਵੀ ਖੁਸ਼ ਕਰ ਦੇਗੀ, ਉਹਨਾਂ ਨੂੰ ਵੀ ਸੁਗੰਧੀ ਮਿਲੇਗੀ। ਜਦੋਂ ਮੈਂ ਮਨ ਕਰਕੇ ਚੰਗਾ ਸੋਚਾਂਗਾ, ਸਮਾਜ ਦੇ ਭਲੇ ਦੇ ਕਾਰਜ ਪੈਦਾ ਹੋਣਗੇ, ਦੂਜੇ ਨੂੰ ਸੁੱਖ ਮਿਲੇਗਾ। ਜਦੋਂ ਮੈਂ ਜ਼ਬਾਨ ਕਰਕੇ ਮਿੱਠਾ ਬੋਲਾਂਗਾ, ਤੇ ਜਿਹਦੇ ਕਰਕੇ ਬੋਲਾਂਗਾ, ਜਿਹਦੇ ਨਾਲ ਬੋਲਾਂਗਾ, ਉਹਨੂੰ ਵੀ ਖੁਸ਼ੀ ਮਿਲੇਗੀ। ਜਦੋਂ ਹੱਥਾਂ ਦੇ ਨਾਲ ਮੈਂ ਸਮਾਜ ਦੀ ਸੇਵਾ ਕਰਾਂਗਾ, ਦੂਜੇ ਦਾ ਵੀ ਭਲਾ ਹੋਏਗਾ। ਬਸ ਇਹ ਹੈ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਚੇਤੇ ਸਿੱਖ ਕਰਦਾ ਮਨ ਬਚਨ ਕਰਮ ਕਰਕੇ, ਸੁੱਖ ਪੂਰੇ ਸੰਸਾਰ ਨੂੰ ਮਿਲਦਾ ਹੈ। ਅੰਤਰ ਸੁਖਾ, ਇਸ ਮਨ ਬਚ ਕਰਮ, ਪ੍ਰਭੂ ਦੇ ਸਿਮਰਨ, ਪ੍ਰਭੂ ਦੀ ਯਾਦ, ਉਹਦੇ ਚੇਤੇ ਦੇ ਨਾਲ ਮੇਰੇ ਅੰਦਰ ਤੇ ਸੁੱਖ ਪੈਦਾ ਹੁੰਦਾ ਹੀ ਹੁੰਦਾ ਹੈ। ਬਾਹਰ ਸੁਖਾ, ਬਾਹਰ ਸੰਸਾਰ ਦੇ ਵਿੱਚ ਵੀ ਸੁੱਖ ਫੈਲ ਜਾਂਦਾ ਹੈ। ਹਰ ਜਪ ਮਲਨ ਪਏ ਦੁਸ਼ਟਾਰੀ। ਜਦੋਂ ਉਸ ਪ੍ਰਭੂ ਦੇ ਨਾਮ ਨੂੰ ਜਪਿਆ, ਆ ਜਿਹੜੇ ਵਿਕਾਰ ਦੁਸ਼ਟ ਨੇ, ਪ੍ਰਭੂ ਦੇ ਨਾਮ ਨੇ ਇਹਨਾਂ ਵਿਕਾਰਾਂ ਦੁਸ਼ਟਾਂ ਨੂੰ ਮਲ ਦਿੱਤਾ। ਮਿੱਠਾ ਬੋਲਿਆ, ਕ੍ਰੋਧ ਖਤਮ ਹੋ ਗਿਆ। ਹੱਥੀਂ ਕਰਮ ਸ਼ੁਭ ਕੀਤੇ, ਲਾਲਚ ਚਲਾ ਗਿਆ। ਸੋਚ ਵਿੱਚ ਪ੍ਰਭੂ ਦੀ ਯਾਦ ਵਸੀ
ਤੇ ਸੋਚ ਸ਼ੁਭ ਹੋ ਗਈ, ਭਾਵ ਵਿਕਾਰ ਸਾਰੇ ਦੇ ਸਾਰੇ ਚਲੇ ਜਾਂਦੇ ਹਨ। ਜਿਸ ਤੇ ਲਾਗੇ ਤਿਨਹਿ ਨਿਵਾਰੇ, ਪ੍ਰਭ ਜੀਓ ਆਪਣੀ ਕਿਰਪਾ ਧਾਰੀ। ਹੁਣ ਜਿਸ ਪ੍ਰਭੂ ਤੋਂ ਨਿਯਮਾਂ ਦੇ ਰਾਹੀਂ, ਉਹਦੇ ਹੁਕਮਾਂ ਦੇ ਰਾਹੀਂ ਇਹ ਵਿਕਾਰ ਲੱਗੇ, ਕਿਉਂਕਿ ਵਿਕਾਰ ਜਿਹੜੇ ਆਏ ਜਦੋਂ ਅਸੀਂ ਸੱਚ ਨਾਲੋਂ, ਪ੍ਰਭੂ ਨਾਲੋਂ ਟੁੱਟ ਜਾਂਦੇ ਆ, ਉਦੋਂ ਜ਼ਿੰਦਗੀ 'ਚ ਵਿਕਾਰ ਆ ਜਾਂਦੇ ਨੇ, ਤੇ ਉਸ ਪ੍ਰਭੂ ਦੇ ਨਾਲ ਜੁੜ ਕੇ ਹੀ ਵਿਕਾਰ ਜਾ ਸਕਦੇ ਨੇ। ਬੰਦਾ ਕਵੇ ਮੈਂ ਕ੍ਰੋਧ ਛੱਡ ਦਿਆਂ, ਕ੍ਰੋਧ ਛੱਡਿਆ ਨਹੀਂ ਜਾ ਸਕਦਾ। ਬੰਦਾ ਕਵੇ ਮੈਂ ਨਿੰਦਾ ਛੱਡ ਦੇਵਾਂ, ਕਦੀ ਛੱਡ ਨਹੀਂ ਸਕਦਾ। ਕਿਉਂ? ਇਹਨਾਂ ਦੀ ਹੋਂਦ ਨਹੀਂ। ਇਸ ਤਰ੍ਹਾਂ ਜਿਵੇਂ ਮੰਨ ਲਓ ਮੇਰੇ ਕਮਰੇ 'ਚ ਹਨੇਰਾ ਭਰਿਆ ਹੋਵੇ ਤੇ ਮੈਂ ਕਹਾਂ ਮੈਂ ਬਾਲਟੀਆਂ ਭਰ ਭਰ ਕੇ ਹਨੇਰੇ ਨੂੰ ਬਾਹਰ ਕੱਢ ਦਿਆਂ, ਸਾਰੀ ਰਾਤ ਵੀ ਲੱਗਾ ਰਵਾਂਗਾ, ਹਨੇਰਾ ਨਹੀਂ ਕੱਢ ਸਕਦਾ। ਹਾਂ, ਜਦੋਂ ਮੈਂ ਸਵਿਚ ਔਨ ਕਰਾਂਗਾ, ਲਾਈਟ ਜਗੇਗੀ, ਹਨੇਰਾ ਚਲਾ ਜਾਏਗਾ। ਹਨੇਰਾ ਜਿਹੜਾ ਰੋਸ਼ਨੀ ਦੀ ਗੈਰ ਹਾਜ਼ਰੀ ਦਾ ਨਾਮ ਹੈ, ਝੂਠ ਸੱਚ ਦੀ ਗੈਰ ਹਾਜ਼ਰੀ ਦਾ ਨਾਮ ਹੈ, ਕ੍ਰੋਧ ਮਿੱਠੀ ਜ਼ੁਬਾਨ ਤੇ ਨਿਮਰਤਾ ਦੀ ਗੈਰ ਹਾਜ਼ਰੀ ਦਾ ਨਾਮ ਹੈ। ਕ੍ਰੋਧ ਇਸ ਕਰਕੇ ਨਹੀਂ ਮੈਂ ਕ੍ਰੋਧ ਨੂੰ ਛੱਡ ਦਿਆਂ, ਮੈਂ ਮਿੱਠਾ ਬੋਲਣਾ ਸ਼ੁਰੂ ਕਰ ਦਿਆਂ, ਕ੍ਰੋਧ ਆਪ ਹੀ ਚਲਾ ਜਾਏਗਾ। ਇਹ ਨਹੀਂ ਝੂਠ ਛੱਡਿਆ ਨਹੀਂ ਜਾਂਦਾ, ਮੈਂ ਸੱਚ ਬੋਲਣਾ ਸ਼ੁਰੂ ਕਰ ਦਿਆਂ, ਜਦੋਂ ਸੱਚ ਬੋਲਣਾ ਸ਼ੁਰੂ ਕਰ ਦਿਆਂਗਾ, ਝੂਠ ਵਿਦਾ ਹੋ ਜਾਏਗਾ। ਸਬਰ ਸੰਤੋਖ ਧਾਰਨ ਕਰ ਲਵਾਂ, ਤ੍ਰਿਸ਼ਨਾ ਲਾਲਚ ਆਪਣੇ ਆਪ ਹੀ ਉੱਡ ਜਾਣਗੇ। ਜ਼ਿੰਦਗੀ 'ਚ ਪ੍ਰੇਮ ਧਾਰਨ ਕਰ ਲਵਾਂ, ਨਫ਼ਰਤ ਈਰਖਾ ਸਾਰੀ ਆਪਣੇ ਆਪ ਹੀ ਚਲੀ ਜਾਏਗੀ। ਬਸ ਜਿਸ ਪ੍ਰਭੂ ਦੇ ਹੁਕਮਾਂ ਦੇ ਵਿੱਚ, ਉਹਦੇ ਨਿਯਮਾਂ ਦੇ ਵਿੱਚ ਇਹ ਵਿਕਾਰ ਲੱਗੇ ਸਨ, ਉਸ ਪ੍ਰਭੂ ਦੇ ਗੁਣਾਂ ਨਾਲ ਜੁੜ ਕੇ ਇਹ ਸਾਰੇ ਦੇ ਸਾਰੇ ਚਲੇ ਗਏ। ਜਦੋਂ ਪ੍ਰਭੂ ਨੇ ਆਪਣੀ ਕਿਰਪਾ ਕੀਤੀ, ਉਹਦੀ ਕਿਰਪਾ ਚੱਲ ਰਹੀ ਦਿਨ ਰਾਤ, ਹਮੇਸ਼ਾ ਹਰ ਇੱਕ ਦੇ ਉੱਪਰ ਕਿਰਪਾ ਹੈ, ਪਰ ਪਾਤਰ ਕਿਹੜੇ ਬੰਦੇ ਨੇ ਇਹ ਅਸੀਂ ਦੇਖਣਾ ਹੈ। ਕੋਈ ਸਮੁੰਦਰ ਕਿਨਾਰੇ ਚਮਚਾ ਪਾਣੀ ਦਾ ਭਰ ਲਿਆਂਦਾ ਹੈ, ਕੋਈ ਬਾਲਟੀ ਲੈ ਆਂਦਾ ਹੈ, ਕੋਈ ਟੈਂਕਰ ਵੱਡਾ ਭਰ ਲਿਆਂਦਾ ਹੈ। ਸਾਡਾ ਭਾਂਡਾ ਕਿੰਨਾ ਕੁ ਹੈ? ਮਾਲਕ ਤੇ ਦਿਆਲੂ ਹੈ, ਉਹਦੀ ਤੇ ਦਇਆ ਦਿਨ ਰਾਤ ਵਰਸਦੀ ਹੈ। ਬਸ ਆਪਣੇ ਹਿਰਦੇ ਨੂੰ ਭਰਨਾ। ਜਿੱਦਣ ਸਾਡਾ ਭਾਂਡਾ ਸਿੱਧਾ ਹੋ ਜਾਂਦਾ ਹੈ, ਉਦੋਂ ਅਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ। ਉਹਦੇ ਭਾਂਡੇ ਕੱਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਵੈ ਨਿਹਾਰ। ਅੱਜ ਸਤਿਗੁਰੂ ਜੀ ਇਹ ਬਚਨ ਕਰ ਰਹੇ ਹਨ, ਜਦੋਂ ਪ੍ਰਭੂ ਨੇ ਕਿਰਪਾ ਕੀਤੀ, ਉਹਦੇ ਗੁਣਾਂ ਨਾਲ ਜੁੜ ਕੇ ਵਿਕਾਰਾਂ ਤੋਂ ਸਾਡੀ ਖਲਾਸੀ ਹੋ ਗਈ ਹੈ। ਉਦਰੇ ਸੰਤ ਪਰਿਹਰ ਸਰਨੀ, ਪਚ ਬਿਨਸੇ ਮਹਾ ਅਹੰਕਾਰੀ। ਹੁਣ ਸੰਤ ਜਨ ਜਿਹੜੇ ਨੇ, ਉਹਨਾਂ ਦੀ ਜਦੋਂ ਸੰਗਤ ਕੀਤੀ ਤੇ ਉਹਨਾਂ ਦੀ ਸ਼ਰਨ ਵਿੱਚ ਆ ਕੇ ਬਚ ਗਏ। ਔਰ ਇਸ ਤੋਂ ਇਲਾਵਾ ਜਿਹੜੇ ਅਹੰਕਾਰੀ ਨੇ, ਉਹ ਹੰਕਾਰ ਦੇ ਵਿੱਚ ਹੀ ਬਿਨਸ ਗਏ। ਗੁਰੂ ਦੇ ਸੰਗਤ ਦੇ ਵਿੱਚ ਜੀਵਨ ਸਫਲ ਹੁੰਦਾ ਹੈ। ਜਦੋਂ ਗੁਰੂ ਦੇ ਗਿਆਨ ਤੇ ਗੁਰੂ ਦੀ ਸੰਗਤ ਤੋਂ ਦੂਰ ਚਲੇ ਜਾਂਦੇ ਆ, ਉਦੋਂ ਹੰਕਾਰ ਆ ਵਿਆਪਦਾ ਹੈ। ਅਨੇਕਾਂ ਹੰਕਾਰੀ ਜਿਹੜੇ ਨੇ ਆਤਮਕ ਮੌਤੇ ਮਰ ਜਾਂਦੇ ਹਨ। ਸਾਧੂ ਸੰਗਤ ਇਹੋ ਫਲ ਪਾਇਆ, ਇੱਕ ਕੇਵਲ ਨਾਮ ਆਧਾਰੀ। ਹੁਣ ਗੁਰੂ ਸਾਧੂ ਦੀ ਸੰਗਤ ਕਰਕੇ ਇੱਕ ਫਲ ਮਿਲਿਆ, ਇੱਕ ਰਿਜ਼ਲਟ, ਇੱਕ ਨਤੀਜਾ, ਇੱਕ ਨਿਚੋੜ ਮਿਲ ਗਿਆ। ਉਹ ਫਲ ਕਿਹੜਾ ਹੈ? ਇੱਕ ਕੇਵਲ ਨਾਮ ਆਧਾਰੀ। ਇੱਕ ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੈ। ਆਧਾਰ ਮੈਨੇ ਬੇਸ, ਸਾਚਾ ਨਾਮ ਮੇਰਾ ਆਧਾਰੋ। ਇੱਕ ਪ੍ਰਭੂ ਦਾ ਸੱਚਾ ਨਾਮ ਆਧਾਰ ਹੈ, ਜਿਹੜਾ ਮੇਰੇ ਜੀਵਨ ਨੂੰ ਸੁੰਦਰ ਬਣਾ ਦਿੰਦਾ ਹੈ। ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਟੀ ਜੋਤ ਤੁਮਾਰੀ। हे ਪ੍ਰਭੂ, ਇਸ ਜਗਤ ਤੇ ਕੋਈ ਸੂਰਮਾ ਨਹੀਂ, ਕੋਈ ਕਮਜ਼ੋਰ ਨਹੀਂ, ਸਾਰਿਆਂ ਵਿੱਚ ਤੇ ਤੇਰੀ ਹੀ ਜੋਤ ਰਵੀ ਹੋਈ ਹੈ। ਤੁਮ ਸਮਰੱਥ ਅਕਥ ਅਗੋਚਰ, ਰਵਿਆ ਏਕ ਮੁਰਾਰੀ। हे ਪ੍ਰਭੂ, ਤੂੰ ਸਮਰੱਥ, ਸਾਰਾ ਕੁਝ ਕਰਨ ਦੇ ਯੋਗ ਹੈ। ਤੂੰ ਕਥਨ ਤੋਂ ਰਹਿਤ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਹਰ ਥਾਂ ਤੇ हे ਪ੍ਰਭੂ ਤੂੰ ਰਵਿਆ ਹੋਇਆ ਹੈ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾਵਾਰੀ। हे ਸਭ ਕੁਝ ਪੈਦਾ ਕਰਨ ਵਾਲੇ ਕਰਤੇ ਪੁਰਖ ਪ੍ਰਭੂ ਜੀਓ, ਤੇਰੀ ਕੀਮਤ ਕੌਣ ਦੱਸ ਸਕਦਾ ਹੈ? ਤੇਰਾ ਤੇ ਅਸੀਂ ਅੰਤ ਵੀ ਪਾ ਨਹੀਂ ਸਕਦੇ ਹਾਂ। ਨਾਮ ਦਾਨ ਨਾਨਕ ਵਡਿਆਈ, ਤੇਰੇ ਅਸੰਤ ਜਨਾਰੀ ਨਾਰੀ। हे ਨਾਨਕ, ਮੈਂ ਤੇਰੇ ਸੰਤ ਜਨਾਂ ਦੀ ਰੇਣ ਬਣਾ, ਨਿਮਰਤਾ ਵਿੱਚ ਆ ਜਾਵਾਂ। ਮੈਨੂੰ ਵੀ ਨਾਮ ਦੇ ਦਾਨ ਦੀ ਵਡਿਆਈ ਦੇ ਦਿਓ, ਬਖਸ਼ਿਸ਼ ਦੇ ਦਿਓ। ਨਾਮ ਦਾ ਦਾਨ ਵਡਿਆਈ ਬਖਸ਼ ਦਿੰਦਾ ਹੈ, ਮਾਨਤਾ ਦਿੰਦਾ ਹੈ, ਔਰ ਗੁਰੂ ਦਾ ਗਿਆਨ ਜੀਵਨ ਨੂੰ ਸਫਲ ਕਰਦਾ ਹੈ। ਇਸ ਸ਼ਬਦ ਦਾ ਸਾਰ ਕੀ ਹੈ? ਪ੍ਰਭੂ ਜ਼ਰੇ ਜ਼ਰੇ ਕਣ ਕਣ ਦੇ ਵਿੱਚ ਹੈ। ਕਹਿੰਦੇ ਅਸੀਂ ਸਾਰੇ ਆ ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਤੇ ਦੁੱਖ ਪਤਾ ਕਿਸ ਗੱਲ ਦਾ ਹੈ? ਜਦੋਂ ਅਸੀਂ ਵਰਤੋਂ ਵਿਹਾਰ ਕਰਨਾ ਹੁੰਦਾ ਰੱਬ ਨਾਲ, ਉਦੋਂ ਚੇਤੇ ਨਹੀਂ ਰਹਿੰਦਾ। ਜਦੋਂ ਮਾਪਿਓ ਨਾਲ, ਬੱਚਿਆਂ ਨਾਲ ਵਿਹਾਰ ਕਰਨਾ ਹੁੰਦਾ, ਉਦੋਂ ਯਾਦ ਨਹੀਂ ਰਹਿੰਦਾ। ਜਦੋਂ ਗੁਆਂਢੀਆਂ ਨਾਲ ਵਿਹਾਰ ਕਰਨਾ ਹੁੰਦਾ, ਯਾਦ ਨਹੀਂ ਰਹਿੰਦਾ ਇਹਦੇ 'ਚ ਰੱਬ ਹੈ। ਸੋ ਪ੍ਰਭ ਚਿਤ ਨਾ ਆਵਈ। ਕਿਤੜਾ ਦੁੱਖ ਗਣਾ, ਇਹ ਕਿੱਡਾ ਵੱਡਾ ਦੁੱਖ ਮੈਂ ਜਿਹਦੀ ਗਿਣਤੀ ਕਰਾਂ। ਸਭ ਤੋਂ ਵੱਡਾ ਜ਼ਿੰਦਗੀ ਦਾ ਦੁੱਖ ਹੀ ਇਹ ਹੈ। ਕਹਿੰਦੇ ਸਾਰੇ ਨੇ ਸਾਰਿਆਂ 'ਚ ਰੱਬ ਵਸਦਾ ਹੈ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਉ ਪੁਕਾਰ। ਵਰਤੋਂ ਵਿਹਾਰ ਕਰਨ ਲੱਗਿਆ ਉਹ ਰੱਬ ਯਾਦ ਨਹੀਂ ਰਹਿੰਦਾ। ਆਹ ਦੁੱਖ ਹੈ। ਹਾਂ, ਜਿਸ ਦਿਨ ਉਹ ਯਾਦ ਰਹੇਗਾ,
ਉਸ ਦਿਨ ਅਸੀਂ ਆਤਮਿਕ ਤੌਰ ਤੇ ਅਸੀਂ ਵੀ ਸੁਖੀ ਹੋ ਜਾਵਾਂਗੇ, ਜਗਤ ਨੂੰ ਵੀ ਅਸੀਂ ਗੁਰੂ ਦੇ ਗਿਆਨ ਦਾ ਆਨੰਦ ਪਹੁੰਚਾ ਦਿਆਂਗੇ। ਸਤਿਗੁਰੂ ਪਾਤਸ਼ਾਹ ਦੇ ਇਸ ਪਾਵਨ ਸਥਾਨ ਤੇ ਸੁਭਾਗ ਪ੍ਰਾਪਤ ਹੋਇਆ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਸਮੂਹ ਪ੍ਰਬੰਧਕ ਜਨਾਂ ਦਾ ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਸਦਕਾ ਅੱਜ ਆਪ ਜੀ ਦੇ ਦਰਸ਼ਨ ਹੋਏ ਹਨ। ਉਹਨਾਂ ਦੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਭਾਈ ਸਾਹਿਬ ਜੀ ਨੇ ਬੜੀ ਮਿੱਠੀ ਰਸ ਭਿੰਨੀ ਆਵਾਜ਼ ਦੇ ਵਿੱਚ ਜੋ ਬਾਣੀ ਸਾਨੂੰ ਪੜ੍ਹ ਕੇ ਸੁਣਾਈ ਹੈ, ਸਰਵਣ ਕਰਾਈ ਹੈ। ਭਾਈ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਹੈ। ਸਤਿਗੁਰੂ ਪਾਤਸ਼ਾਹ ਇਹਨਾਂ ਨੂੰ ਵੀ ਹੋਰ ਗਿਆਨ, ਹੋਰ ਸੁਰੀਲੀ ਮਿੱਠੀ ਆਵਾਜ਼ ਬਖਸ਼ਿਸ਼ ਕਰਨ ਤਾਂ ਕਿ ਪੰਥ ਦੀ ਹੋਰ ਸੇਵਾ ਕਰਦੇ ਰਹਿਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ। ਮੇਰੇ ਪਾਸੋਂ ਵਿਚਾਰਾਂ ਕਰਦਿਆਂ ਬੇਅੰਤ ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾਵਾਰੀ। ਨਾਮ ਦਾਨ ਨਾਨਕ ਵਡਿਆਈ, ਤੇਰਿਆ ਸੰਤ ਜਨਾ ਰੇ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।